Hello and welcome back, guys. My name is Harpreet Singh, and you are watching Commerce EduTech. Today, we are going to discuss a new and very important topic from Plus 2 Accountancy. And the topic is admission of new partner. ਬਹੁਤ ਇੰਪੋਰਟੈਂਟ ਟੌਪਿਕ ਹੈ। ਇਸ ਦਾ ਕੁਐਸਚਨ ਜੋ ਹੈ ਬੋਰਡ ਐਗਜ਼ਾਮਸ ਦੇ ਵਿੱਚ ਡੈਫੀਨੇਟਲੀ ਆਏਗਾ। ਕਾਫੀ ਪੇਪਰ ਜਿਹੜਾ ਹੈ ਇਸ ਦੇ ਵਿੱਚੋਂ ਕਵਰ ਹੁੰਦਾ ਹੈ। ਸੋ ਇਸ ਚੈਪਟਰ ਨੂੰ ਅੱਜ ਆਪਾਂ ਸਟਾਰਟ ਕਰਦੇ ਹਾਂ, ਐਡਮਿਸ਼ਨ ਆਫ ਅ ਨਿਊ ਪਾਰਟਨਰ, ਜਿਸ ਦੇ ਅੰਦਰ ਆਪਣਾ ਟੌਪਿਕ ਹੋਏਗਾ ਨਿਊ ਸੈਕਰੀਫਾਈਸ ਐਂਡ ਗੇਨਿੰਗ ਰੇਸ਼ੋ। ਠੀਕ ਹੈ, ਇਸ ਨੂੰ ਆਪਾਂ ਕੈਲਕੂਲੇਟ ਕਰਨਾ ਸਿੱਖਣਾ ਅੱਜ ਕਿ ਕਿਸ ਤਰ੍ਹਾਂ ਅਸੀਂ ਇਹ ਰੇਸ਼ੋਸ ਜਿਹੜੀਆਂ ਨੇ ਕੈਲਕੂਲੇਟ ਕਰਦੇ ਹਾਂ। ਸਟਾਰਟ ਕਰਦੇ ਹਾਂ ਟੌਪਿਕ ਅੱਜ ਦਾ ਆਪਾਂ। ਨਿਊ ਪਾਰਟਨਰ ਜਦੋਂ ਐਡਮਿਟ ਹੁੰਦਾ ਹੈ ਉਸ ਦਾ ਮੀਨਿੰਗ ਕੀ ਹੈ ਔਰ ਕਿਉਂ ਐਡਮਿਟ ਕੀਤਾ ਜਾਂਦਾ ਪਾਰਟਨਰ। ਨਿਊ ਪਾਰਟਨਰ ਕੈਨ ਬੀ ਐਡਮਿਟਡ ਓਨਲੀ ਵਿਦ ਦਾ ਕੰਸੈਂਟ ਆਫ ਆਲ ਦਾ ਐਗਜ਼ਿਸਟਿੰਗ ਪਾਰਟਨਰ। ਜਦੋਂ ਅਸੀਂ ਪਾਰਟਨਰਸ ਦੇ ਰਾਈਟਸ ਪੜ੍ਹਦੇ ਹਾਂ, ਉਸ ਰਾਈਟਸ ਦੇ ਵਿੱਚ ਇੱਕ ਰਾਈਟ ਇਹ ਵੀ ਹੁੰਦਾ ਹੈ ਕਿ ਜਦੋਂ ਵੀ ਕੋਈ ਨਵਾਂ ਪਾਰਟਨਰ ਐਡਮਿਟ ਹੋਊਗਾ ਤਾਂ ਉਸ ਦੇ ਵਿੱਚ ਸਾਰੇ ਪਾਰਟਨਰ ਦੀ ਕੰਸੈਂਟ ਜਿਹੜੀ ਹੈ ਉਹ ਜ਼ਰੂਰੀ ਹੈ। ਇੱਕ ਪਾਰਟਨਰ ਦਾ ਰਾਈਟ ਹੈ ਕਿ ਉਹ ਵਿਦਆਊਟ ਕੰਸੈਂਟ ਕਿਸੇ ਵੀ ਪਾਰਟਨਰ ਨੂੰ ਅੰਦਰ ਆਉਣ ਤੋਂ ਰੋਕ ਸਕਦਾ ਹੈ। ਉਹ ਆਪਣੀ ਕੰਸੈਂਟ ਉੱਥੇ ਨਹੀਂ ਦੇਗਾ ਤਾਂ ਕਿਸੇ ਪਾਰਟਨਰ ਦੀ ਐਡਮਿਸ਼ਨ ਹੈ ਉੱਥੇ ਨਹੀਂ ਹੋਏਗੀ। ਸੋ ਇਸ ਕਰਕੇ ਲਿਖਿਆ with the consent of all the existing partners. At the time of admission of new partner, following adjustments are required. ਹੁਣ ਦੇਖਦੇ ਹਾਂ ਪਹਿਲਾਂ ਐਡਮਿਸ਼ਨ ਜਿਹੜੀ ਹੈ ਕੀਤੀ ਕਿਉਂ ਜਾਂਦੀ ਹੈ। ਕਿਸੇ ਪਰਸਨ ਦੀ ਪਰਸਨਲ ਜੋ ਗੁੱਡਵਿਲ ਹੁੰਦੀ ਹੈ ਉਸ ਕਰਕੇ ਅਸੀਂ ਉਸ ਨੂੰ ਐਡਮਿਟ ਕਰ ਲੈਂਦੇ ਹਾਂ। ਲਾਈਕ ਉਸ ਦਾ ਨਾਮ ਹੀ ਜਿਹੜਾ ਹੈ ਬੜਾ ਫੇਮਸ ਹੈ, ਇਸ ਕਰਕੇ ਅਸੀਂ ਉਸ ਨੂੰ ਆਪਣੇ ਬਿਜ਼ਨਸ ਦੇ ਵਿੱਚ ਇੰਟਰੋਡਿਊਸ ਕਰ ਰਹੇ ਹਾਂ ਸੋ ਦੈਟ ਕਿ ਸਾਡੇ ਬਿਜ਼ਨਸ ਦੀ ਜੋ ਗੁੱਡਵਿਲ ਹੈ ਉਹ ਵੀ ਇਨਕਰੀਜ਼ ਕਰ ਜੇਗੀ। ਜਾਂ ਉਹ ਕੈਪੀਟਲ ਲੈ ਕੇ ਆ ਰਿਹਾ, ਸਾਨੂੰ ਕੈਪੀਟਲ ਰਿਕੁਆਇਰਮੈਂਟ ਸੀ, ਜਾਂ ਉਸ ਨੂੰ ਕੋਈ ਟੈਕਨੀਕਲ ਨੌਲੇਜ ਹੈ ਜਿਸ ਨੌਲੇਜ ਕਰਕੇ ਅਸੀਂ ਉਸ ਨੂੰ ਇੱਕ ਆਪਣੀ ਫਰਮ ਦਾ ਹਿੱਸਾ ਬਣਾ ਰਹੇ ਹਾਂ। ਠੀਕ ਹੈ, ਕਾਰਨ ਕੋਈ ਵੀ ਹੋ ਸਕਦਾ ਹੈ। ਸੋ ਜਦੋਂ ਵੀ ਇੱਕ ਨਵਾਂ ਪਾਰਟਨਰ ਆਏਗਾ ਉਦੋਂ ਸਾਨੂੰ ਕੁਛ ਆਪਣੀਆਂ ਬੁੱਕਸ ਦੇ ਅੰਦਰ ਕੁਛ ਐਡਜਸਟਮੈਂਟਸ ਕਰਨੀਆਂ ਪੈਂਦੀਆਂ। ਉਹ ਕਿਹੜੀਆਂ ਐਡਜਸਟਮੈਂਟਾਂ ਹੋਣਗੀਆਂ? ਫਸਟ ਹੈ ਕੈਲਕੂਲੇਸ਼ਨ ਆਫ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਸੈਕਰੀਫਾਈਸਿੰਗ ਰੇਸ਼ੋ ਐਂਡ ਗੇਨਿੰਗ ਰੇਸ਼ੋ। ਫਸਟ ਆਫ ਆਲ ਤਾਂ ਆਪਾਂ ਨੂੰ ਕੀ ਕਰਨਾ ਪਊਗਾ? ਨਵੀਂ ਰੇਸ਼ੋ ਜਿਹੜੀ ਹੈ ਉਹ ਫਾਈਂਡ ਕਰਨੀ ਪਏਗੀ। ਹੁਣ ਨਵੀਂ ਰੇਸ਼ੋ ਕਿਉਂ ਫਾਈਂਡ ਕਰਨੀ ਪੈਂਦੀ ਹੈ? ਸੇ ਫੋਰ ਐਗਜ਼ਾਮਪਲ ਕਿ ਦੋ ਪਾਰਟਨਰ ਸੀ 50-50% ਦੇ ਇਕੁਅਲ ਪਾਰਟਨਰ ਸੀ ਉਹ। ਜਦੋਂ ਉਹਨਾਂ ਨੇ ਥਰਡ ਪਾਰਟਨਰ ਲੈ ਕੇ ਆਏ ਤਾਂ ਥਰਡ ਪਾਰਟਨਰ ਹੋਰ ਕੁਛ ਨਾ ਕੁਛ ਤਾਂ ਫਿਊਚਰ ਪ੍ਰੋਫਿਟ ਦੇ ਵਿੱਚੋਂ ਹਿੱਸਾ ਲਏਗਾ। ਤਾਂ ਜਦੋਂ ਕੁਛ ਨਾ ਕੁਛ ਹਿੱਸਾ ਲਏਗਾ ਇਟ ਮੀਨਸ ਕਿ ਉਹਨਾਂ ਦਾ ਜੋ ਵੀ ਪਹਿਲਾਂ ਇੱਕ ਐਗਰੀਮੈਂਟ ਬਣਿਆ ਹੋਇਆ ਸੀ ਰਿਗਾਰਡਿੰਗ ਦਾ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਉਹ ਹੁਣ ਜਿਹੜਾ ਹੈ ਚੇਂਜ ਹੋਏਗਾ। ਸੋ ਇਸ ਕਰਕੇ ਆਪਾਂ ਨੂੰ ਨਵੀਂ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਸੈਕਰੀਫਾਈਸ ਰੇਸ਼ੋ ਅਤੇ ਗੇਨਿੰਗ ਰੇਸ਼ੋ ਜਿਹੜੀ ਹੈ ਉਹ ਫਾਈਂਡ ਕਰਨੀ ਪਏਗੀ। ਨੈਕਸਟ ਹੈ ਅਕਾਊਂਟਿੰਗ ਟ੍ਰੀਟਮੈਂਟ ਆਫ ਗੁੱਡਵਿਲ। ਸੋ ਸਾਨੂੰ ਗੁੱਡਵਿਲ ਫਾਈਂਡ ਆਊਟ ਕਰਨੀ ਅਸੀਂ ਆਲਰੇਡੀ ਸਿੱਖ ਚੁੱਕੇ ਗੁੱਡਵਿਲ ਹੁੰਦੀ ਕੀ ਹੈ। ਅੱਜ ਅਸੀਂ ਇੱਥੇ ਹੁਣ ਕੀ ਸਿੱਖਾਂਗੇ ਕਿ ਗੁੱਡਵਿਲ ਦਾ ਟ੍ਰੀਟਮੈਂਟ ਕਿਵੇਂ ਕਰਨਾ ਹੈ ਜਦੋਂ ਅਸੀਂ ਨਵਾਂ ਪਾਰਟਨਰ ਜਿਹੜਾ ਹੈ ਐਡਮਿਟ ਕਰਦੇ ਹਾਂ। ਨੈਕਸਟ ਹੈ ਕਿ ਅਸੀਂ ਟ੍ਰੀਟਮੈਂਟ ਕਰਨਾ ਹੈ ਸਾਡੇ ਅਕੂਮੂਲੇਟਡ ਪ੍ਰੋਫਿਟਸ ਦਾ, ਸਾਡੇ ਰਿਜ਼ਰਵਸ ਦਾ, ਜਿਹੜੇ ਸਾਡੇ ਫਰਮ ਦੇ ਅੰਦਰ ਪਏ ਹੁੰਦੇ ਆ, ਅਸੀਂ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਕਰਨਾ ਹੈ। ਨੈਕਸਟ ਹੈ ਅਸੀਂ ਰੀਵੈਲਿਊਏਸ਼ਨ ਆਫ ਐਸੈਟਸ ਐਂਡ ਲਾਇਬਿਲਿਟੀਜ਼ ਕਰਨਾ ਸਿੱਖਣਾ ਹੈ ਕਿ ਜੋ ਸਾਡੀਆਂ ਐਸੈਟਸ ਹੈ ਉਹਦੀ ਵੈਲਿਊ ਅੱਜ ਅਸੀਂ ਦੁਬਾਰਾ ਤੋਂ ਕੰਸੀਡਰ ਕਰਾਂਗੇ ਮਾਰਕੀਟ ਵੈਲਿਊ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ। ਨੈਕਸਟ ਅਸੀਂ ਕਰਨਾ ਹੈ ਕੈਪੀਟਲ ਐਡਜਸਟਮੈਂਟ। ਇਹ ਵੀ ਹੋ ਸਕਦੀ ਹੈ ਕਿ ਜਦੋਂ ਇੱਕ ਨਵਾਂ ਪਾਰਟਨਰ ਆਉਂਦਾ ਹੈ ਤਾਂ ਪੁਰਾਣੇ ਪਾਰਟਨਰ ਨਵੇਂ ਪਾਰਟਨਰ ਦੀ ਕੈਪੀਟਲ ਨੂੰ ਬੇਸ ਮੰਨਦੇ ਹੋਏ ਆਪਣੀ ਕੈਪੀਟਲ ਨੂੰ ਐਡਜਸਟ ਕਰ ਸਕਦੇ ਆ, ਜਾਂ ਉਹ ਵੈਸੇ ਜੋ ਉਹਨਾਂ ਦੀ ਕੈਪੀਟਲ ਹੈ ਉਹ ਉਸ ਨੂੰ ਐਡਜਸਟ ਕਰਕੇ ਨਵੇਂ ਪਾਰਟਨਰ ਤੋਂ ਸ਼ੇਅਰ ਜਿਹੜਾ ਹੈ ਉਸ ਅਕੋਰਡਿੰਗ ਜਿਹੜਾ ਮੰਗਵਾ ਸਕਦੇ ਆ। ਇਸ ਨੂੰ ਅਸੀਂ ਬੋਲਦੇ ਹਾਂ ਕੈਪੀਟਲ ਐਡਜਸਟਮੈਂਟ। ਇਹ ਵੀ ਸਾਨੂੰ ਕਰਨੀ ਪੈ ਸਕਦੀ ਹੈ। ਇਹ ਸਾਰੇ ਇਫੈਕਟ ਹੈ ਕਿ ਜਦੋਂ ਨਵਾਂ ਪਾਰਟਨਰ ਆਉਂਦਾ ਹੈ ਤਾਂ ਫਰਮ ਦੇ ਵਿੱਚ ਕੀ ਕੀ ਚੇਂਜਸ ਆਉਂਦੀਆਂ ਨੇ। ਹੁਣ ਦੇਖੋ ਜਦੋਂ ਵੀ ਨਵਾਂ ਪਾਰਟਨਰ ਆਊਗਾ ਉਹਦੇ ਨਾਲ ਕੀ ਹੁੰਦਾ ਹੈ, ਓਲਡ ਪਾਰਟਨਰ ਐਗਰੀਮੈਂਟ ਜਿਹੜਾ ਹੈ ਸਾਡੇ ਅੰਦਰ ਉਹ ਕਮਸ ਟੂ ਐਨ ਐਂਡ, ਉਹ ਖਤਮ ਹੋ ਜਾਂਦਾ ਹੈ ਐਂਡ ਅ ਨਿਊ ਪਾਰਟਨਰਸ਼ਿਪ ਐਗਰੀਮੈਂਟ ਜਿਹੜਾ ਹੈ ਉਹ ਸਾਨੂੰ ਬਣਾਉਣਾ ਪਏਗਾ। ਇਟ ਮੀਨਸ ਇੱਥੇ ਅਸੀਂ ਕੀ ਬੋਲਦੇ ਹਾਂ ਕਿ ਫਰਮ ਰੀਕੌਂਸਟੀਟਿਊਟ ਹੋ ਗਈ, ਮੀਨਸ ਰੀਕੌਂਸਟੀਟਿਊਸ਼ਨ ਆਫ ਪਾਰਟਨਰਸ਼ਿਪ ਫਰਮ। ਅਸੀਂ ਰੀਕੌਂਸਟੀਟਿਊਸ਼ਨ ਕੀਤੀ ਸੀ ਕਿ ਰੀਕੌਂਸਟੀਟਿਊਸ਼ਨ ਕਿਹੜੇ ਕਿਹੜੇ ਕਾਰਨਾਂ ਦੇ ਕਰਕੇ ਹੁੰਦੀ ਆ, ਉੱਥੇ ਇੱਕ ਕਾਰਨ ਐਡਮਿਸ਼ਨ ਵੀ ਸੀ। ਕਲੀਅਰ। ਨੈਕਸਟ ਹੈ ਹੀ ਜੋ ਨਿਊ ਪਾਰਟਨਰ ਹੈ ਵਿਲ ਸ਼ੇਅਰ ਦਾ ਫਿਊਚਰ ਪ੍ਰੋਫਿਟ ਆਫ ਦਾ ਫਰਮ। ਇਹ ਅਕਾਊਂਟਿੰਗ ਚੇਂਜਸ ਆਉਣਗੀਆਂ ਸਾਡੀਆਂ ਕਿ ਉਹ ਫਿਊਚਰ ਪ੍ਰੋਫਿਟ ਜਿਹੜਾ ਹੈ ਉਹ ਸ਼ੇਅਰ ਕਰੂਗਾ।
ਹੁਣ ਸ਼ੇਅਰ ਕਰੇਗਾ ਤਾਂ ਇਹਦਾ ਇਫੈਕਟ ਕੀ ਪਊਗਾ ਕਿ ਪੁਰਾਣੇ ਪਾਰਟਨਰ ਨੂੰ ਸੈਕਰੀਫਾਈਸ ਹੋਊਗਾ ਜਾਂ ਕੋਈ ਨਾ ਕੋਈ ਪਾਰਟਨਰ ਜਿਹੜਾ ਹੈ ਉਹ ਗੇਨ ਵੀ ਕਰ ਸਕਦਾ। ਇਟ ਮੀਨਸ ਸੈਕਰੀਫਾਈਸਿੰਗ ਤੇ ਗੇਨਿੰਗ ਰੇਸ਼ੋ ਜਿਹੜੀ ਹੈ ਸਾਨੂੰ ਇੱਥੇ ਲੱਭਣੀ ਪਏਗੀ। ਹੀ ਵਿਲ ਕੰਟਰੀਬਿਊਟ ਕੈਪੀਟਲ ਐਂਡ ਹਿਜ਼ ਸ਼ੇਅਰ ਆਫ ਪ੍ਰੀਮੀਅਮ ਫॉर ਗੁੱਡਵਿਲ, ਤੇ ਗੁੱਡਵਿਲ ਦੇ ਵਿੱਚੋਂ ਉਸ ਨੂੰ ਆਪਣਾ ਹਿੱਸਾ ਜਿਹੜਾ ਹੈ ਉਹ ਲੈ ਕੇ ਆਉਣਾ ਪਏਗਾ। ਨਾਲ ਹੀ ਉਹ ਆਪਣੀ ਜਿਹੜੀ ਕੈਪੀਟਲ ਦਾ ਹਿੱਸਾ ਹੈ ਉਹ ਵੀ ਇਨ ਕੈਸ਼ ਔਰ ਇਨ ਕਾइंड ਉਹ ਵੀ ਲੈ ਕੇ ਆਏਗਾ। ਨੈਕਸਟ ਹੈ ਸਾਨੂੰ ਵੈਲਿਊਏਸ਼ਨ ਆਫ ਗੁੱਡਵਿਲ ਕਰਨੀ ਪੈ ਸਕਦੀ ਹੈ, ਉਸ ਦਾ ਅਕਾਊਂਟਿੰਗ ਟ੍ਰੀਟਮੈਂਟ ਕਰਨਾ ਪਏਗਾ। ਐਸੈਟਸ ਤੇ ਲਾਇਬਿਲਿਟੀਜ਼ ਨੂੰ ਰੀਵੈਲਿਊਡ ਕਰਨਾ ਪਏਗਾ। ਕੈਪੀਟਲ ਜਿਹੜੀ ਹੈ ਉਹ ਐਡਜਸਟ ਕਰਨੀ ਪੈ ਸਕਦੀ ਹੈ। ਇਹ ਸਾਡੇ ਅਕਾਊਂਟਿੰਗ ਜਿਹੜੀ ਹੈ ਚੇਂਜਸ ਆਣਗੀਆਂ। ਹੁਣ ਅਸੀਂ ਰੇਸ਼ੋਜ਼ ਨੂੰ ਫਾਈਂਡ ਕਰਨਾ ਸਿੱਖਣਾ ਹੈ। ਕੈਲਕੂਲੇਸ਼ਨ ਆਫ ਰੇਸ਼ੋਜ਼। ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕੀ ਹੁੰਦੀ ਹੈ? ਆਫਟਰ ਦਾ ਐਡਮਿਸ਼ਨ ਆਫ ਨਿਊ ਪਾਰਟਨਰ ਫਸਟ ਵਰਕ ਇਜ਼ ਟੂ ਕੈਲਕੂਲੇਟ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਆਫ ਦਾ ਪਾਰਟਨਰਸ। ਅਸੀਂ ਉਸ ਨੂੰ ਫਾਈਂਡ ਆਊਟ ਕਰਾਂਗੇ। ਨੈਕਸਟ ਹੈ ਸੈਕਰੀਫਾਈਸਿੰਗ ਰੇਸ਼ੋ। ਸੈਕਰੀਫਾਈਸ ਰੇਸ਼ੋ ਦਾ ਕੀ ਮਤਲਬ ਹੈ? ਵੈਨ ਨਿਊ ਸ਼ੇਅਰ ਆਫ ਅ ਪਾਰਟਨਰ ਇਜ਼ ਲੈਸ ਦੈਨ ਔਰ ਰਿਡਿਊਸ ਹੋ ਜਾਂਦਾ ਹੈ ਡਿਊ ਟੂ ਐਡਮਿਸ਼ਨ ਆਫ ਨਿਊ ਪਾਰਟਨਰ ਐਂਡ ਹਿਜ਼ ਸੈਕਰੀਫਾਈਸ ਸ਼ੇਅਰ ਇਨ ਫੇਵਰ ਆਫ ਨਿਊ ਪਾਰਟਨਰ। ਦੇਖੋ ਜਦੋਂ ਨਵਾਂ ਪਾਰਟਨਰ ਆਏਗਾ ਉਹ ਕੁਛ ਨਾ ਕੁਛ ਹਿੱਸਾ ਜਿਹੜਾ ਹੈ ਪੁਰਾਣੇ ਪਾਰਟਨਰ ਤੋਂ ਲੈ ਕੇ ਹੀ ਆਪਣਾ ਨਵਾਂ ਸ਼ੇਅਰ ਬਣਾਏਗਾ। ਜਿਵੇਂ ਆਪਾਂ ਐਗਜ਼ਾਮਪਲ ਲਈ ਕਿ 2 ਪਰਸਨ ਜਿਹੜੇ ਹੈ ਉਹ 50-50% ਦੇ ਪਾਰਟਨਰ ਹੈ ਔਰ ਜਦੋਂ ਥਰਡ ਪਾਰਟਨਰ ਆ ਗਿਆ ਉਹ 20% ਲੈ ਰਿਹਾ। ਇਟ ਮੀਨਸ ਉਸਨੇ A ਔਰ B ਤੋਂ ਕੁਛ ਤਾਂ ਲਿਆ ਹੋਊਗਾ ਕਿ ਉਸਨੂੰ 20% ਮਿਲਿਆ। ਅਗਰ A ਔਰ B ਜਿਹੜਾ ਹੈ ਆਪਣੀ ਇਕੁਅਲ ਰੇਸ਼ੋ ਹੀ ਰੱਖਣਾ ਚਾਹੁੰਦੇ ਆ, ਉਹਨਾਂ ਦੇ ਕੋਲ ਕਿੰਨਾ ਸੀ 50-50%, ਹੁਣ C ਆ ਗਿਆ 20% ਨਾਲ। ਮੀਨਸ ਕਿ 100 ਦੇ ਵਿੱਚੋਂ ਅਗਰ 20 ਕੱਢ ਦਈਏ ਪਿੱਛੇ ਕਿੰਨਾ ਬਚ ਗਿਆ 80, ਤਾਂ ਉਹ A ਔਰ B ਆਪਸ ਦੇ ਵਿੱਚ ਇਕੁਅਲੀ ਵੰਡ ਲੈਣਗੇ। ਮੀਨਸ ਹੁਣ ਨਵੀਂ ਰੇਸ਼ੋ ਕੀ ਬਣੇਗੀ 40% A ਦਾ, 40% B ਦਾ ਤੇ ਬਚਿਆ ਹੋਇਆ 20% C ਦਾ। ਇਟ ਮੀਨਸ A ਨੇ ਵੀ ਛੱਡਿਆ 10% ਔਰ B ਨੇ ਵੀ ਛੱਡਿਆ 10%। ਹੁਣ ਉਹ ਜੋ ਉਹਨਾਂ ਨੇ ਪਾਰਟ ਛੱਡਿਆ ਉਸ ਨੂੰ ਅਸੀਂ ਕੀ ਬੋਲਿਆ? ਸੈਕਰੀਫਾਈਸ ਰੇਸ਼ੋ। ਕਲੀਅਰ। ਫਿਰ ਗੇਨਿੰਗ ਰੇਸ਼ੋ ਵੀ ਸਾਨੂੰ ਕੈਲਕੂਲੇਟ ਕਰਨੀ ਪੈ ਸਕਦੀ ਹੈ। ਹੋ ਸਕਦਾ ਇੱਥੇ ਕਿ ਪੁਰਾਣੇ ਪਾਰਟਨਰ ਜਿਹੜੇ ਹੈ ਉਹ ਆਪਸ 'ਚ ਐਗਰੀਮੈਂਟ ਕਰ ਲੈਂਦੇ ਆ। ਉਹ ਐਗਰੀਮੈਂਟ ਕੀ ਹੋ ਸਕਦਾ ਹੈ ਕਿ ਮੇਬੀ ਜਿਹੜਾ ਪੁਰਾਣੇ ਪਾਰਟਨਰ A ਔਰ B ਸੀ ਉਹ 50-50% ਦੇ ਪਾਰਟਨਰ ਸੀ ਔਰ ਜਦੋਂ ਅਸੀਂ ਨਿਊ ਰੇਸ਼ੋ ਫਾਈਂਡ ਕੀਤੀ ਤਾਂ ਤਿੰਨੋਂ ਪਾਰਟਨਰਸ ਨੇ ਕੀ ਡਿਸੀਜ਼ਨ ਲਿਆ ਕਿ ਜਿਹੜਾ A ਹੈ ਉਹ 50% ਲਊਗਾ ਔਰ ਜੋ B ਹੈ ਉਹ 30% ਲਊਗਾ ਔਰ ਜੋ C ਹੈ ਉਹ 20% ਲਊਗਾ। ਇਟ ਮੀਨਸ ਹੁਣ B ਨੂੰ ਸੈਕਰੀਫਾਈਸ ਜਿਹੜਾ ਲਾਸ ਹੈ B ਦਾ ਉਹ ਜ਼ਿਆਦਾ ਹੋ ਗਿਆ, A ਜਿਹੜਾ ਹੈ ਇੱਥੇ ਉਹ ਫਾਇਦੇ 'ਚ ਚਲਾ ਗਿਆ। ਠੀਕ ਹੈ ਨਾ। ਸੋ ਇਸ ਤਰ੍ਹਾਂ ਜਿਹੜਾ ਹੈ ਆਪਣਾ ਹੋ ਸਕਦਾ ਟ੍ਰੀਟਮੈਂਟ। ਇਹਨੂੰ ਬੋਲਦੇ ਹਾਂ ਅਸੀਂ ਗੇਨਿੰਗ ਰੇਸ਼ੋ। ਜਦੋਂ ਕਿ ਪਾਰਟਨਰ ਦਾ ਵੈਨ ਨਿਊ ਸ਼ੇਅਰ ਆਫ ਅ ਪਾਰਟਨਰ ਇਜ਼ ਮੋਰ ਦੈਨ ਦਾ ਓਲਡ ਸ਼ੇਅਰ। ਜਦੋਂ ਕਿਸੇ ਪਾਰਟਨਰ ਦਾ ਨਵਾਂ ਸ਼ੇਅਰ ਜਿਹੜਾ ਹੁੰਦਾ ਹੈ ਉਹ ਪੁਰਾਣੇ ਸ਼ੇਅਰ ਤੋਂ ਵੱਧ ਜਾਂਦਾ ਤਾਂ ਉਸ ਨੂੰ ਅਸੀਂ ਕੀ ਬੋਲ ਦਿੰਦੇ ਹਾਂ? ਗੇਨਿੰਗ ਸ਼ੇਅਰ ਆਫ ਦੈਟ ਪਾਰਟਨਰ। ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਨੂਮੈਰੀਕਲ ਕਨਸੈਪਟਸ ਦੇ ਅੰਦਰ ਸਮਝਣਾ ਇੰਪੋਰਟੈਂਟ ਹੈ। ਰੇਸ਼ੋਜ਼ ਆਪਾਂ ਸਮਝਣੀਆਂ ਕਿਉਂਕਿ ਨੂਮੈਰੀਕਲ ਕੁਐਸਚਨ ਜਿਹੜੇ ਆਪਣੇ ਐਡਮਿਸ਼ਨ ਦੇ ਉਹ ਸਟਾਰਟ ਹੀ ਇੱਥੋਂ ਹੋਣਗੇ। ਸੋ ਸਾਡਾ ਫਸਟ ਸਟੈਪ ਇਹੀ ਹੋਏਗਾ ਉਸ ਕੁਐਸਚਨ ਦੇ ਅੰਦਰ ਅਸੀਂ ਨਵੀਂ ਰੇਸ਼ੋ ਫਾਈਂਡ ਕਰਨੀ ਹੈ। ਅਸੀਂ ਸੈਕਰੀਫਾਈਸ ਰੇਸ਼ੋ ਤੇ ਗੇਨਿੰਗ ਰੇਸ਼ੋ ਜਿਹੜੀ ਹੈ ਫਾਈਂਡ ਕਰਨੀ ਹੈ। ਸੈਕਰੀਫਾਈਸ ਤੇ ਗੇਨਿੰਗ ਰੇਸ਼ੋ ਜਿਹੜੀ ਹੈ ਸਾਡੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਸ ਦੇ ਨਾਲ ਹੀ ਅਸੀਂ ਗੁੱਡਵਿਲ ਦਾ ਟ੍ਰੀਟਮੈਂਟ ਕਰਾਂਗੇ, ਅਸੀਂ ਅਕਮੂਲੇਟਡ ਪ੍ਰੋਫਿਟਸ ਦਾ ਟ੍ਰੀਟਮੈਂਟ ਕਰਾਂਗੇ। ਠੀਕ ਹੈ। ਸੋ ਇਸ ਨੂੰ ਸਮਝਣਾ ਬੜੇ ਧਿਆਨ ਦੇ ਨਾਲ ਹੈ। ਕੇਸ ਫਸਟ ਕੀ ਹੈ ਸਾਡਾ? ਵੈਨ ਸ਼ੇਅਰ ਆਫ ਨਿਊ ਪਾਰਟਨਰ ਇਜ਼ ਗਿਵਨ ਬਟ ਸੈਕਰੀਫਾਈਸ ਸ਼ੇਅਰ ਆਫ ਓਲਡ ਪਾਰਟਨਰ ਇਜ਼ ਨਾਟ ਗਿਵਨ। ਨਵੇਂ ਪਾਰਟਨਰ ਦਾ ਸ਼ੇਅਰ ਦਿੱਤਾ ਹੋਇਆ ਲੇਕਿਨ ਪੁਰਾਣੇ ਪਾਰਟਨਰ ਦਾ ਸੈਕਰੀਫਾਈਸ ਪਾਰਟ ਨਹੀਂ ਦਿੱਤਾ ਹੋਇਆ। ਹੁਣ ਇੱਥੇ ਸਾਡੇ ਕੋਲ ਕੁਐਸਚਨ ਹੈ A ਐਂਡ B ਆਰ ਇਕੁਅਲ ਪਾਰਟਨਰਸ। A ਐਂਡ B ਆਰ ਇਕੁਅਲ ਪਾਰਟਨਰਸ। C ਐਡਮਿਟ ਹੋ ਗਿਆ ਔਰ ਉਹ 1/4 ਸ਼ੇਅਰ ਦੇ ਲਈ ਐਡਮਿਟ ਹੋਇਆ। ਦੇਖੋ ਅਗਰ ਅਸੀਂ ਇਸ ਨੂੰ ਪਰਸੈਂਟੇਜ ਦੇ ਵਿੱਚ ਸੋਲਵ ਕਰਨ ਦੀ ਕੋਸ਼ਿਸ਼ ਕਰੀਏ ਵਰਬਲੀ ਤਾਂ ਬੜਾ ਈਜ਼ੀ ਹੋ ਜਾਂਦਾ ਹੈ। 50-50% ਦੇ ਦੋਨੋਂ ਪਾਰਟਨਰ ਹੈ। ਜਿਹੜਾ C ਆਇਆ ਉਹ 1/4 ਮੀਨਸ ਕਿ 25% ਦੇ ਲਈ ਉਹ ਆ ਗਿਆ।
ਉਸ ਤੋਂ ਬਾਅਦ ਫਰਮ ਦੇ ਕੋਲ ਅਗਰ 100% ਸ਼ੇਅਰ ਸੀ, ਉਸ ਦੇ ਵਿੱਚੋਂ 25 ਅਗਰ ਸੀ ਲੈ ਗਿਆ ਤਾਂ ਸਾਡੇ ਕੋਲ ਕਿੰਨਾ ਬਚਿਆ? 75 ਬਚਿਆ। ਉਸ 75 ਨੂੰ A ਔਰ B ਆਪਸ ਦੇ ਵਿੱਚ ਇਕੁਅਲੀ ਡਿਵਾਈਡ ਕਰ ਲੈਣਗੇ। ਠੀਕ ਹੈ ਨਾ। ਸੋ ਇਸ ਤਰ੍ਹਾਂ ਅਸੀਂ ਇਸ ਨੂੰ ਵਰਬਲੀ ਕਰ ਸਕਦੇ ਹਾਂ, ਬਟ ਜੋ ਅਸੀਂ ਕੁਐਸਚਨ ਨੂਮੈਰੀਕਲੀ ਕੱਢਣਾ ਉਸ ਦਾ ਤਰੀਕਾ ਕੀ ਹੋਏਗਾ? ਲੈਟ ਫਰਮਸ ਸ਼ੇਅਰ ਇਜ਼ ਇਕੁਅਲ ਟੂ 1। 1 ਮੀਨਸ 100%। ਉਸ ਦੇ ਵਿੱਚ ਨਵਾਂ ਪਾਰਟਨਰ ਜਿਹੜਾ ਹੈ ਉਹ 1/4 ਦੇ ਲਈ ਆਇਆ, ਤਾਂ ਫਰਮ ਦੇ ਕੋਲ ਰਿਮੇਨਿੰਗ ਕਿੰਨਾ ਬਚਿਆ? 1 ਮਾਈਨਸ 1/4। ਹੁਣ ਦੇਖੋ 10th ਤੱਕ ਅਸੀਂ ਇਹ ਬੇਸ ਸਿੱਖਿਆ ਹੋਇਆ ਕਿ ਇਸ ਨੂੰ ਮਾਈਨਸ ਕਿਵੇਂ ਕਰੀਦਾ ਹੁੰਦਾ ਹੈ। 1 ਮਾਈਨਸ 1/4। ਹੁਣ ਇੱਥੇ ਸਾਡਾ ਐਲਸੀਅਮ ਜਿਹੜਾ ਹੈ ਉਹ ਕਿੰਨਾ ਆ ਗਿਆ? 4। 4 ਨੂੰ ਇਸ ਦੇ ਨਾਲ ਅਸੀਂ ਮਲਟੀਪਲਾਈ ਕਰ ਦਾਂਗੇ। 4 ਮਲਟੀਪਲਾਈ 1 ਇਜ਼ ਇਕੁਅਲ ਟੂ 4 ਮਾਈਨਸ 1 ਕਿੰਨਾ? ਦੇਖੋ 4 ਜਿਹੜਾ ਹੈ 4 ਨੂੰ 4 ਦੇ ਨਾਲ ਡਿਵਾਈਡ ਕਰੋਗੇ ਤਾਂ 1 ਆਊਗਾ, 1 ਨੂੰ 1 ਨਾਲ ਮਲਟੀਪਲਾਈ ਕਰੋਗੇ ਤਾਂ 1 ਹੀ ਰਹੂਗਾ। ਇਟ ਮੀਨਸ 3/4 ਸਾਡਾ ਆਨਸਰ ਆ ਗਿਆ। ਇਹ ਕਿਵੇਂ ਹੁੰਦਾ? ਜਿਸ ਦੇ ਨੀਚੇ ਕੁਛ ਨਹੀਂ ਹੁੰਦਾ ਉਹਦੇ ਨੀਚੇ ਅਸੀਂ ਬੇਸ 1 ਮੰਨ ਲੈਂਦੇ ਹਾਂ। ਜਦੋਂ ਅਸੀਂ 1/4 ਦਾ ਐਲਸੀਅਮ ਕੱਢਦੇ ਹਾਂ ਤਾਂ ਉਹ 4 ਨਿਕਲੂਗਾ। ਨੀਚਲੇ ਪਾਰਟ ਦੇ ਨਾਲ ਉਸ ਨੂੰ ਡਿਵਾਈਡ ਕੀਤਾ ਜਾਂਦਾ ਅਤੇ ਜਿੰਨਾ ਆਨਸਰ ਆਊਗਾ ਉਸ ਨੂੰ ਉੱਪਰਲੇ ਪਾਰਟ ਨਾਲ ਮਲਟੀਪਲਾਈ ਕੀਤਾ ਜਾਂਦਾ। ਹੁਣ ਜਦੋਂ ਅਸੀਂ 4 ਨੂੰ 1 ਨਾਲ ਡਿਵਾਈਡ ਕਰਾਂਗੇ ਤਾਂ ਆਨਸਰ 4 ਆਊਗਾ ਅਤੇ ਉਸ ਨੂੰ ਅਸੀਂ ਉੱਪਰਲੇ ਪਾਰਟ ਨਾਲ ਮਲਟੀਪਲਾਈ ਕਰਾਂਗੇ, 1 ਨਾਲ ਮਲਟੀਪਲਾਈ ਕਰਾਂਗੇ ਤਾਂ ਸਾਡਾ ਆਨਸਰ ਕੀ ਆਇਆ? 4। 4 ਮਾਈਨਸ 1 ਇਜ਼ ਇਕੁਅਲ ਟੂ 3। 3/4 ਜਿਹੜਾ ਸਾਡਾ ਉਹ ਆਨਸਰ ਆ ਜਾਏਗਾ। ਠੀਕ ਹੈ ਜੀ। ਹੁਣ ਸਾਡੇ ਕੋਲ ਪਾਰਟ ਕੀ ਬਚਿਆ? ਫਰਮ ਕੋਲ 3/4 ਬਚਿਆ। ਇਟ ਵੁੱਡ ਡਿਵਾਈਡ ਇਨ ਦ ਓਲਡ ਪਾਰਟਨਰਸ ਇਨ ਦੇਅਰ ਓਲਡ ਪ੍ਰੋਫਿਟ ਸ਼ੇਅਰਿੰਗ ਰੇਸ਼ੋ। ਹੁਣ ਅਗਰ ਸਾਡੇ ਦਿਮਾਗ 'ਚ ਕੰਸੈਪਟ ਆਇਆ ਕਿ ਇਹ 3/4 ਨੂੰ ਅਸੀਂ ਓਲਡ ਰੇਸ਼ੋ 'ਚ ਹੀ ਕਿਉਂ ਵੰਡਦੇ ਹਾਂ? ਕਿਉਂਕਿ ਸਾਨੂੰ ਕੁਐਸਚਨ 'ਚ ਇਹ ਨਹੀਂ ਲਿਖਿਆ ਕਿ ਜੋ ਫਰਮ ਨੇ ਨਵੇਂ ਪਾਰਟਨਰ ਨੂੰ ਦਿੱਤਾ ਉਸ ਤੋਂ ਬਾਅਦ ਜੋ ਫਰਮ ਕੋਲ ਬਚਿਆ ਉਹ ਪਾਰਟ ਫਰਮ ਆਪਣੇ ਪਾਰਟਨਰਸ ਦੇ ਵਿੱਚ ਕਿਸ ਰੇਸ਼ੋ 'ਚ ਵੰਡੂਗੀ। ਜਦੋਂ ਪੁਰਾਣੇ ਪਾਰਟਨਰ ਆਪਸ ਦੇ ਵਿੱਚ ਕੋਈ ਐਗਰੀਮੈਂਟ ਚੇਂਜ ਨਹੀਂ ਕਰਦੇ ਤਾਂ ਅਸੀਂ ਇਹੀ ਅਸਿਊਮ ਕਰਦੇ ਹਾਂ ਕਿ ਨਵੇਂ ਪਾਰਟਨਰ ਨੂੰ ਦੇਣ ਤੋਂ ਬਾਅਦ ਜੋ ਫਰਮ ਕੋਲ ਬਚਦਾ ਹੈ ਉਹ ਫਰਮ ਆਪਣੇ ਪੁਰਾਣੇ ਪਾਰਟਨਰ ਨੂੰ ਪੁਰਾਣੀ ਰੇਸ਼ੋ ਦੇ ਵਿੱਚ ਹੀ ਡਿਵਾਈਡ ਕਰ ਦਿੰਦੀ ਹੈ। ਕਲੀਅਰ। ਸੋ A ਦਾ ਸ਼ੇਅਰ ਇੱਥੇ ਕੀ ਬਚੇਗਾ? ਜੋ ਸਾਡੇ ਕੋਲ 3/4 ਬਚਿਆ ਸੀ, ਹਾਫ ਜਿਹੜਾ ਹੈ ਉਸ ਦਾ A ਲੈ ਗਿਆ। A ਕੋਲ ਕਿੰਨਾ ਚਲਾ ਗਿਆ? 3/8। ਔਰ B ਕੋਲ ਕਿੰਨਾ ਚਲਾ ਗਿਆ? ਸਿਮਿਲਰਲੀ 3/8। ਔਰ ਜੋ C ਕੋਲ ਸ਼ੇਅਰ ਸੀ ਉਹ ਆਪਣੇ ਕੋਲ ਪਤਾ ਹੈ ਕਿ 1/4। ਔਰ ਜੋ ਸਾਡੀ ਰੇਸ਼ੋ ਇੱਥੇ ਬਣ ਰਹੀ ਹੈ ਉਹ ਕਿੰਨੀ ਬਣ ਰਹੀ ਹੈ? A ਦੀ 3/8, B ਦੀ 3/8 ਔਰ C ਦੀ 1/4। ਹੁਣ ਇੱਥੇ ਬੜਾ ਜ਼ਰੂਰੀ ਹੈ ਜਦ ਅਸੀਂ ਰੇਸ਼ੋ ਕੱਢਦੇ ਹੁੰਦੇ ਹਾਂ ਕਿ ਸਾਡਾ ਜੋ ਬੇਸ ਹੈ ਸਾਰਿਆਂ ਦਾ ਉਹ ਮਸਟ ਬੀ ਇਕੁਅਲ ਹੋਣਾ ਚਾਹੀਦਾ ਹੈ। ਦੇਖੋ ਪਹਿਲੇ ਦਾ ਬੇਸ ਕਿੰਨਾ ਹੈ? 8। ਦੂਸਰੇ ਦਾ ਬੇਸ ਵੀ 8 ਹੈ। ਤੀਸਰੇ ਦਾ ਬੇਸ ਲੇਕਿਨ ਕਿੰਨਾ? 4 ਹੈ। ਹੁਣ ਅਸੀਂ 8 ਨੂੰ 4 ਦੇ ਬਰਾਬਰ ਨਹੀਂ ਲੈ ਕੇ ਜਾਣਾ ਕਿਉਂਕਿ 3/8 ਆ ਉਹ ਕੱਟ ਨਹੀਂ ਸਕਦੇ ਆਪਸ ਦੇ ਵਿੱਚ। ਇਸ ਕਰਕੇ ਅਸੀਂ 1/4 ਨੂੰ 8 ਦੇ ਬਰਾਬਰ ਲੈ ਜਾਣਾ। ਹੁਣ 4 ਨੂੰ 8 ਦੇ ਬਰਾਬਰ ਲੈ ਕੇ ਜਾਵਾਂਗੇ ਤਾਂ ਕੀ ਕਰਾਂਗੇ? ਅਸੀਂ ਜਿੰਨੇ ਨਾਲ ਅਸੀਂ ਉਸ ਦੇ ਜਿਹੜਾ ਹੈ ਲੋਅਰ ਪਾਰਟ ਹੈ ਉਸ ਨੂੰ ਅਸੀਂ ਮਲਟੀਪਲਾਈ ਕਰਾਂਗੇ ਓਨੇ ਨੂੰ ਹੀ ਅਸੀਂ ਉੱਪਰਲੇ ਪਾਰਟ ਨਾਲ ਮਲਟੀਪਲਾਈ ਕਰਨਾ। ਮੀਨਸ ਕਿ 1/4 ਮਲਟੀਪਲਾਈ 2/2। ਸੋ ਸਾਡਾ ਆਨਸਰ ਕੀ ਆਏਗਾ? 2/8। ਹੁਣ ਜਦੋਂ ਅਸੀਂ ਬੇਸ ਬਰਾਬਰ ਕਰ ਲਏ ਤਾਂ ਸਾਡੇ ਕੋਲ ਰੇਸ਼ੋ ਕੀ ਬਣ ਰਹੀ ਹੈ? 3/8, 3/8, 2/8। ਮੀਨ ਸਾਡੀ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਇਜ਼ 3:3:2। ਕਲੀਅਰ। ਇੱਕ ਕੰਸੈਪਟ ਦਿਮਾਗ 'ਚ ਲੈ ਕੇ ਆਉਣਾ ਕਿ ਬੇਸ ਸਾਰਿਆਂ ਦੇ ਬਰਾਬਰ ਹੋਣੇ ਚਾਹੀਦੇ ਆ। ਠੀਕ ਹੈ ਜੀ। ਜੋ ਵੀ ਕਾਮਨ ਇੱਥੇ ਅਸੀਂ ਹੋਰ ਵੀ ਉਸ ਨੂੰ ਆਸਾਨ ਕਰ ਸਕਦੇ ਹਾਂ। 8, 8, 4 ਤਿੰਨਾਂ ਦਾ ਅਸੀਂ ਐਲਸੀਐਮ ਲੈ ਲੈਂਦੇ ਹਾਂ। ਜਦੋਂ ਅਸੀਂ ਇਹਨਾਂ ਦਾ ਐਲਸੀਐਮ ਲਵਾਂਗੇ ਤਾਂ ਕਿੰਨਾ ਆਊਗਾ? ਕਾਮਨ ਅਸੀਂ 4 ਦੇ ਉੱਪਰ ਇਸ ਨੂੰ ਕੱਟ ਲੈਂਦੇ ਹਾਂ। ਤਿੰਨਾਂ ਦਾ ਅਸੀਂ ਐਲਸੀਐਮ ਲੈ ਲੈਂਦੇ ਹਾਂ। 8, 8, 8, 4।
ਹੁਣ ਦੇਖੋ ਤਿੰਨਾਂ ਨੂੰ ਅਸੀਂ ਜਿਹੜਾ ਹੈ 4 ਦੇ ਉੱਪਰ 4 ਸਾਡਾ ਕੀ ਹੈ ਕਾਮਨ ਫੈਕਟਰ ਹੈ ਜਿਹਦੇ ਨਾਲ ਅਸੀਂ ਤਿੰਨੋਂ ਡਿਜਿਟ ਜਿਹੜੇ ਆ ਕੱਟ ਸਕਦੇ ਹਾਂ 2 2 1। ਹੁਣ ਇਹ ਵੀ ਸਾਡਾ ਜਿਹੜਾ ਹੈ ਕਾਮਨ 2 ਦੇ ਉੱਪਰ ਡਿਵਾਈਡ ਹੋ ਰਿਹਾ 1 1। ਸੋ ਸਾਡੇ ਕੋਲ ਕੀ ਬਚਿਆ 4 ਐਂਡ 2। 4 ਮਲਟੀਪਲਾਈ 2 ਇਜ਼ ਇਕਲ ਟੂ 8 ਮੀਨ ਸਾਡਾ ਕਾਮਨ ਬੇਸ ਕੀ ਹੋਣਾ ਚਾਹੀਦਾ ਸਾਰਿਆਂ ਦਾ 8 ਹੋਣਾ ਚਾਹੀਦਾ। ਹੁਣ 1/4 ਨੂੰ 8 ਦੇ ਬਰਾਬਰ ਲੈ ਜਾਈਏ ਤਾਂ ਕੀ ਆਊਗਾ ਉਸ ਨੂੰ 2/2 ਨਾਲ ਮਲਟੀਪਲਾਈ ਕਰ ਲਾਂਗੇ ਤਾਂ ਸਾਡੀ ਰੇਸ਼ੋ ਕਿੰਨੀ ਆ ਜਾਏਗੀ 3 3 2। ਕਲੀਅਰ। ਇਹ ਵੀ ਇੱਕ ਸ਼ਾਰਟਕਟ ਜਿਹੜਾ ਹੈ ਮੈਥਡ ਸਾਡੇ ਕੋਲ ਹੈ। ਹੁਣ ਅਸੀਂ ਲੱਭਣਾ ਨੈਕਸਟ ਸੈਕਰੀਫਾਈਸ ਰੇਸ਼ੋ। ਹੁਣ ਸੈਕਰੀਫਾਈਸ ਰੇਸ਼ੋ ਕਿਵੇਂ ਲੱਭਾਂਗੇ? ਸੈਕਰੀਫਾਈਸ ਤੇ ਗੇਨਿੰਗ ਰੇਸ਼ੋ ਲੱਭਣ ਦੇ ਲਈ ਅਸੀਂ ਕਾਮਨ ਇੱਕੋ ਹੀ ਜਿਹੜਾ ਫਾਰਮੂਲਾ ਹੈ ਉਸ ਨੂੰ ਯੂਜ਼ ਕਰਾਂਗੇ। ਸੈਕਰੀਫਾਈਸ ਰੇਸ਼ੋ ਦਾ ਫਾਰਮੂਲਾ ਹੈ 올ਡ ਰੇਸ਼ੋ ਮਾਈਨਸ ਨਿਊ ਰੇਸ਼ੋ, ਕਿਉਂਕਿ ਜਦੋਂ ਅਸੀਂ ਸੈਕਰੀਫਾਈਸ ਰੇਸ਼ੋ ਦਾ ਮੀਨਿੰਗ ਪੜ੍ਹਿਆ ਤਾਂ ਕੀ ਸੀ ਕਿ ਜਦੋਂ ਸਾਡੇ ਕੋਲ 올ਡ ਰੇਸ਼ੋ ਜ਼ਿਆਦਾ ਸੀ ਔਰ ਨਿਊ ਰੇਸ਼ੋ ਸਾਡੀ ਘਟ ਗਈ ਤਾਂ ਸਾਡੇ ਕੋਲ ਰਿਜ਼ਲਟ ਕੀ ਹੋਇਆ ਸੈਕਰੀਫਾਈਸ ਕਰ ਗਿਆ ਪਾਰਟਨਰ, ਉਸ ਨੂੰ ਲਾਸ ਹੋ ਗਿਆ। ਤਾਂ ਅਸੀਂ ਕੀ ਕਰਾਂਗੇ A ਦਾ ਪੁਰਾਣਾ ਸ਼ੇਅਰ ਕਿੰਨਾ ਸੀ 1/2, ਨਵਾਂ ਕਿੰਨਾ ਹੈ 3/8। ਅਸੀਂ ਮਾਈਨਸ ਕਰ ਦਾਂਗੇ। ਮਾਈਨਸ ਕਿਵੇਂ ਕਰਨਾ ਹੈ 2 ਔਰ 8 ਦਾ ਐਲਸੀਅਮ ਲੈ ਲਾਂਗੇ। ਉਸ ਐਲਸੀਅਮ ਨੂੰ ਜਿਹੜਾ ਹੈ ਅਸੀਂ ਨਿਚਲੇ ਪਾਰਟ ਨਾਲ ਡਿਵਾਈਡ ਕਰਕੇ ਜਿੰਨਾ ਆਨਸਰ ਆਇਆ ਉੱਪਰਲੇ ਨਾਲ ਉਸ ਨੂੰ ਮਲਟੀਪਲਾਈ ਕਰ ਦਾਂਗੇ। ਜਿਸ ਤਰ੍ਹਾਂ ਇੱਥੇ ਕੀ ਆ ਸਾਡੇ ਕੋਲ 2 ਔਰ 8 ਹੈ 2 8 ਦੋਨਾਂ ਦਾ ਐਲਸੀਅਮ ਕਾਮਨ ਫੈਕਟਰ ਕੀ ਹੈ ਇੱਥੇ 2 ਜਿਹੜਾ ਕਿ ਦੋਨਾਂ ਨੂੰ ਕੱਟ ਸਕਦਾ 1 4। ਇਸ ਨੂੰ ਵੀ ਅਸੀਂ 2 ਨਾਲ ਡਿਵਾਈਡ ਕਰ ਸਕਦੇ ਹਾਂ 2 ਦੂਣੀ 4। ਅਸੀਂ ਤਿੰਨਾਂ ਦਾ ਜਦੋਂ ਮਲਟੀਪਲਾਈ ਕੀਤਾ 2 2 2 ਤਾਂ ਕਿੰਨਾ ਆਨਸਰ ਆ ਗਿਆ 2 ਦੂਣੀ 4 ਦੂਣੀ ਸਾਡੇ ਕੋਲ ਕਾਮਨ ਫੈਕਟਰ ਕਿੰਨਾ ਆ ਗਿਆ 8। ਹੁਣ 8 ਨੂੰ ਪਹਿਲਾਂ 2 ਨਾਲ ਅਸੀਂ ਕੀ ਕਰਨਾ ਹੈ ਡਿਵਾਈਡ ਕਰ ਦੇਣਾ। ਕਿੰਨਾ ਆਨਸਰ ਆਏਗਾ 4 4 ਨੂੰ ਉੱਪਰਲੇ ਪਾਰਟ ਨਾਲ ਮਲਟੀਪਲਾਈ ਕਰ ਦਾਂਗੇ ਆਨਸਰ ਕੀ ਆ ਗਿਆ 4 4 - 3 ਇਜ਼ ਇਕਲ ਟੂ 1 1/8 ਸਾਡਾ ਫਸਟ ਦਾ ਆਨਸਰ ਆ ਗਿਆ। ਕਲੀਅਰ। ਇਸੇ ਤਰ੍ਹਾਂ ਜਿਹੜਾ ਹੈ ਅਸੀਂ ਸੈਕਿੰਡ ਦੇ ਲਈ ਯੂਜ਼ ਕਰਾਂਗੇ 1/2 - 3/8 ਇਜ਼ ਇਕਲ ਟੂ 1/8। ਸੋ ਸਾਡੀ ਸੈਕਰੀਫਾਈਸ ਰੇਸ਼ੋ ਕੀ ਇੱਥੇ ਨਿਕਲੇਗੀ ਇਕੁਅਲ ਨਿਕਲੇਗੀ। ਦੋਨੋਂ ਪਾਰਟਨਰਸ ਜਿਹੜੇ ਆ ਇਕੁਅਲੀ ਸੈਕਰੀਫਾਈਸ ਕਰ ਰਹੇ ਆ। ਠੀਕ ਹੈ ਜੀ। ਨੈਕਸਟ ਕੇਸ ਸਾਡੇ ਕੋਲ ਹੈ ਵੈਨ ਸ਼ੇਅਰ ਆਫ ਨਿਊ ਪਾਰਟਨਰ ਇਜ਼ ਗਿਵਨ ਅਲੋਂਗ ਵਿਦ देयर ਸੈਕਰੀਫਾਈਸ ਸ਼ੇਅਰ। ਨਿਊ ਪਾਰਟਨਰ ਦਾ ਸ਼ੇਅਰ ਦਿੱਤਾ ਹੋਇਆ, ਸੈਕਰੀਫਾਈਸ ਸ਼ੇਅਰ ਜਿਹੜਾ ਹੈ 올ਡ ਪਾਰਟਨਰਸ ਦਾ ਉਹ ਵੀ ਦਿੱਤਾ ਹੋਇਆ। A ਤੇ B ਜਿਹੜੇ ਆ ਇਕੁਅਲ ਪਾਰਟਨਰਸ ਹੈ। C ਐਡਮਿਟ ਹੋ ਗਿਆ ਐਜ਼ ਅ ਨਿਊ ਪਾਰਟਨਰ 1/4 ਸ਼ੇਅਰ ਦੇ ਲਈ ਵਿਚ ਹੀ ਅਕਵਾਇਰ ਇਨ ਇਕੁਅਲ ਰੇਸ਼ੋ ਫਰੋਮ A ਐਂਡ B। ਹੁਣ ਦੇਖੋ ਇੱਥੇ A ਹੈ ਤੇ B ਜਿਹੜੇ ਪਹਿਲਾਂ ਵੀ ਇਕੁਅਲ ਪਾਰਟਨਰ ਸੀ ਜੋ ਉਹ 1/4 ਲੈ ਕੇ ਆਇਆ। ਨਵਾਂ ਪਾਰਟਨਰ ਜਿਹੜਾ 1/4 ਦੇ ਲਈ ਆਇਆ ਤੇ ਉਹ 1/4 ਵੀ ਉਸਨੇ A ਔਰ B ਤੋਂ ਇਕੁਅਲੀ ਹੀ ਲਿਆ। ਤਾਂ ਅਸੀਂ ਫਸਟ ਆਫ ਆਲ ਕੀ ਕਰਾਂਗੇ 1/4 ਦੇ 2 ਪਾਰਟ ਕਰ ਦਾਂਗੇ ਜੋ ਉਸਨੇ A ਔਰ B ਤੋਂ ਲਏ ਆ। 1/4 ਦੇ 2 ਪਾਰਟ ਕਰਨ ਦੇ ਲਈ ਅਸੀਂ ਕੀ ਕਰਾਂਗੇ 1/4 ਮਲਟੀਪਲਾਈ 1/2। ਜਿੰਨਾ ਉਹਦਾ ਪਾਰਟ ਕਰਨਾ ਹੁੰਦਾ ਉਸ ਦੇ ਨਾਲ ਉਸ ਨੂੰ ਮਲਟੀਪਲਾਈ ਕਰ ਦਿਓ ਤਾਂ 1/4 ਦਾ ਹਾਫ ਕਿੰਨਾ ਹੋਏਗਾ 1/8। ਇਹ ਨਹੀਂ ਸੋਚਣਾ ਕਿ 1/4 ਔਰ 1/8 1/8 ਤਾਂ ਉਸ ਤੋਂ ਵੱਡਾ ਹੋ ਗਿਆ, ਨਹੀਂ। ਜਿੰਨਾ ਸਾਡੇ ਕੋਲ ਬੇਸ ਵੱਧਦਾ ਚਲਿਆ ਜਾਊਗਾ ਇਟ ਮੀਨਸ ਅਸੀਂ ਉਸ ਦੇ ਸਮੋਲਰ ਪਾਰਟ ਦੇ ਵੱਲ ਜਾ ਰਹੇ ਹਾਂ। 1/4 ਦਾ 1/8ਵਾਂ ਹਿੱਸਾ ਜਿਹੜਾ ਹੈ ਉਸ ਤੋਂ ਵੀ ਛੋਟਾ ਹੋ ਗਿਆ। ਨੈਕਸਟ A ਉਸਨੇ ਲਿਆ A ਤੋਂ ਔਰ ਦੂਸਰਾ ਪਾਰਟ ਉਸਨੇ ਕਿਸ ਤੋਂ ਲਿਆ B ਤੋਂ। ਹੁਣ ਅਸੀਂ ਕੀ ਕਰਾਂਗੇ ਜਿੰਨਾ ਜਿੰਨਾ ਪਾਰਟ ਉਸਨੇ A ਔਰ B ਤੋਂ ਲਿਆ ਉਹਨਾਂ ਦੇ ਸ਼ੇਅਰ ਦੇ ਵਿੱਚੋਂ ਅਸੀਂ ਉਸ ਨੂੰ ਮਾਈਨਸ ਕਰ ਦਾਂਗੇ। A ਕੋਲ ਕਿੰਨਾ ਬਚਿਆ 1/8 ਉਸਨੇ ਜਿਹੜਾ ਹੈ C ਨੂੰ ਪ੍ਰੋਵਾਈਡ ਕਰ ਦਿੱਤਾ। ਉਹਦੇ ਕੋਲ ਖੁਦ ਕੋਲ ਸ਼ੇਅਰ ਕਿੰਨਾ ਸੀ 1/2 ਕਿਉਂਕਿ ਉਹ 50% ਦਾ ਮਾਲਿਕ ਸੀ ਪਹਿਲਾਂ। ਤਾਂ ਉਸਦੇ ਕੋਲ ਰਿਮੇਨਿੰਗ ਪਾਰਟ ਕੀ ਬਚਿਆ 3/8। ਔਰ ਇਸੇ ਤਰ੍ਹਾਂ B ਦੇ ਕੋਲ ਪਹਿਲਾਂ ਪਾਰਟ ਕਿੰਨਾ ਸੀ 1/2 ਉਸਨੇ C ਨੂੰ ਕਿੰਨਾ ਦਿੱਤਾ 1/8 ਤਾਂ ਉਸ ਕੋਲ ਕਿੰਨਾ ਬਚਿਆ 3/8। C ਦਾ ਸ਼ੇਅਰ ਕਿੰਨਾ ਹੈ ਅਸੀਂ ਦੋਨਾਂ ਨੂੰ ਪਲੱਸ ਕਰ ਲਈਏ ਜਿੰਨਾ ਉਸਨੇ A ਔਰ B ਤੋਂ ਲਿਆ ਤਾਂ C ਕੋਲ ਕਿੰਨਾ ਚਲਾ ਜਾਏਗਾ ਆਲਰੇਡੀ ਸਾਡੇ ਕੋਲ ਗਿਵਨ ਹੈ ਦੈਟ ਇਜ਼ 1/4। ਤਾਂ ਅਸੀਂ ਉਸ ਨੂੰ ਹੁਣ ਬੇਸ ਬਰਾਬਰ ਕਰਨੇ ਆ ਤਾਂ ਅਸੀਂ ਉਸ ਨੂੰ 8 ਦੇ ਬਰਾਬਰ ਲੈ ਕੇ ਜਾਣਾ ਕੀ ਕਰਾਂਗੇ 2/2 ਨਾਲ ਮਲਟੀਪਲਾਈ ਕਰਾਂਗੇ ਜਿਵੇਂ ਅਸੀਂ ਪਹਿਲਾਂ ਕੀਤਾ। ਤਾਂ ਸਾਡੀ ਰੇਸ਼ੋ ਕੀ ਬਣਦੀ ਹੈ 1/8। ਹੁਣ ਅਸੀਂ ਸਾਰਿਆਂ ਦੇ ਬੇਸ ਇਕੁਅਲ ਕਰ ਲਏ ਸਾਡੀ ਰੇਸ਼ੋ ਕੀ ਬਣ ਗਈ 3 3 1। ਇਹ ਸਾਡੀ ਨਿਊ ਰੇਸ਼ੋ ਬਣ ਗਈ। ਔਰ ਸੈਕਰੀਫਾਈਸ ਰੇਸ਼ੋ ਜਿਵੇਂ ਕਿ ਸਾਨੂੰ ਪਹਿਲਾਂ ਹੀ ਦਿੱਤੀ ਹੋਈ ਹੈ ਕਿ ਉਸਨੇ ਇਹ ਸ਼ੇਅਰ A ਔਰ B ਤੋਂ ਅਕਵਾਇਰ ਕੀਤਾ ਇਨ ਇਕੁਅਲ ਰੇਸ਼ੋ। ਇਟ ਮੀਨਸ ਕਿ ਉਹਨਾਂ ਦੀ ਜੋ ਸੈਕਰੀਫਾਈਸ ਰੇਸ਼ੋ ਹੈ ਉਹ ਕਿੰਨੀ ਹੈ ਇਕੁਅਲ ਹੈ।
अगर असी इसनूं टैसट भी करना कि साडा क्वेश्चन ये सही है कि नहीं, तो असी की फॉर्मूला लगा सकते हैं, ओल्ड रेशो माइनस न्यू रेशो। जदों असी ये फॉर्मूला लगाया तो साडे कोल जो भी आंसर आएगा वही साडी सैक्रीफाइस रेशो होएगी, एंड दैट मस्ट बी 1:1। अगर कुछ होर आ रहा तो इट मीन साडा क्वेश्चन गलत है। नेक्स्ट केस है when share of new partner is not given but sacrifice share of old partner is given। नਵੇਂ पार्टनर का एग्जैक्ट हिस्सा जिहड़ा है वो नहीं दिता जाता, तो सैक्रीफाइस शेयर है जिहड़ा दोनों पार्टनर्स का वो दिता गया। ए एंड बी आर इक्वल पार्टनर, सी एडमिट हो गया, ए गेव हिम 1/3 ऑफ हिज शेयर। देखो इत्थे बोल्ड किए हुए अक्षर, वो बोल्ड इसे करके किए हुए आ कि इस दा मीनिंग कुछ होर हुंदा है और इस दा मीनिंग कुछ होर हुंदा है। 1/3 ऑफ हिज शेयर मतलब कि जिन्ना ए कोल है उस दा 1/3 उसनू दे रहा है, और बी जो है गेव हिम 1/4 फ्रॉम हिज शेयर। ऑफ ते फ्रॉम का ही फर्क है। ऑफ हिज शेयर मीनस जिन्ना मेरे को है, जिमें मैं थोनों कहदा सपोज करो मेरे को 30% है, मैं थोनों कहा कि मेरे को जो भी है उसका 5% ले लो, तो थोनों की करना पएगा, पहला मेरे शेयर का 5% सानू काउंट करना पएगा कि वो कितना है, कैलकुलेट करना पएगा। 30% का 5% कितना बनता है, ठीक है जी। फिर उस तो बाद तुसी की करोगे, उसनू मेरे हिस्से दे विचों माइनस कर दोगे, जो मेरे को बच गया वो मेरा नवा हिस्सा होएगा, और जो मैं छड़ दिता वो तुहाडा हिस्सा हो जाएगा। और दूसरे ने की कर दिता, उसने 1/4 फ्रॉम हिज शेयर, उसने डायरैक्ट थानू कह दिता कि मेरे को की है वट एवर जो भी है 25% मैं थानू दे रहा, मेरे को चाहे 30% है उस चों मैं थानू 25 दे दिता, इट मीनस मेरे को कितना बच गया, 5 बच गया। अगर मेरे को 90% है, मैं थोनू कह देना कि मैं थोनू 25% दे दिता, तो इट मीनस मेरे को पिछे 65 बच गया। मेरे को जो भी है वो अलग चीज़ है, बट मैं थोनू की दे दिता, डायरैक्ट उस दे विचों एक पार्ट कढ़ के पकड़ा दिता, थोनू उसनू कैलकुलेट करना नहीं पिया, ठीक है जी। हुण असीं इस क्वेश्चन जो सॉल्व करांगे कि किवें होगा। है ए दा शेयर इत्थे कितना है, 1/2 एंड ही सैक्रीफाइस 1/3 ऑफ हिज शेयर, तो सानू 1/3 कैलकुलेट करना पएगा। 1/2 का 1/3 कितना होएगा, 1/6 होएगा, तो उसके को रिमेनिंग की बच गया, फिर 1/6 उस चो माइनस कर दो, उस को की बचा 2/6। इस तरह जो बी को शेयर सी वो कितना सी, 1/2, उसने शेयर की किया 1/4 फ्रॉम हिज शेयर, उसने 1/2 दे विचों 1/4 उसनू फड़ा दिता। सो इट मीनस बी इत्थे सीधा सीधा सैक्रीफाइस कर गया 1/4 का, और बी को रिमेनिंग की बचा, उस दे 1/2 दे विचों 1/4 असी माइनस करता, उस को की बचा 1/4, क्योंकि उस को 50% सी, 25% उसने सी नू देता, उस को की बचा 25 बचा। सो न्यू शेयर जिहड़ा है वो सी का कितना होएगा, जिन्ना ए ने छड्डिया प्लस जिन्ना बी ने छड्डिया। ए ने कितना छड्डिया सी 1/6 ते बी ने कितना छड्डिया सी 1/4। असी दोनों नू प्लस कर लांगे, दोनों नू प्लस करांगे तो कितना आ गया 10/24, और असी इसनू होर शॉर्ट कर दिता, 2 साडे कोल कॉमन फैक्टर है जिस नाल असी दोनों कट दिते, तो साडे कोल की आंसर आया 5/12। हुण ए दा हिस्सा कितना है, जो उसदे कोल रिमेनिंग बचिया सी दैट इज़ 2/6, बी कोल कितना बचिया सी 1/4, और जो साडा सी पार्टनर है उसदे कोल ऑलरेडी कितना है 5/12। हुण देखो इत्थे साडा बेस की है 6, इत्थे बेस की है 4, इत्थे बेस की है 12, तो असी 6 और 4 नू 12 के बराबर लैके जा सकते हैं। तो असी की करांगे 2/6 नू 2/2 नाल मल्टीप्लाई करांगे, साडे कोल कितना आ गया 4/12। इस तरह जो सी दा बी दा पार्ट है वो कितना सी 1/4, उसनू असी की कीता 3/3 नाल मल्टीप्लाई किया, आंसर क्या गया 3/12, और सी को ऑलरेडी 5/12 है, तो न्यू रेशो कितनी आ गई 4:3:5, ये साडी नवी रेशो आ गई। और सैक्रीफाइस रेशो साडे कोल कितनी है
1/6 ए ने सैक्रीफाइस किया, 1/4 जिहड़ा है वो बी ने सैक्रीफाइस किया। हुण देखो 6 और 4 का एलसीएम असीं लैके चलांगे तो एलसीएम कितना आएगा, ये भी साडे कोल कॉमन फैक्टर कितना है 12, 12 के उपर जाके इकट्ठे हो जाएंगे दोनों ये। तो असीं की कीता 12 तक लैके जाण दे लई ए दा जिहड़ा पार्ट सी 1/6 उसनूं 2/2 नाल मल्टीप्लाई किया तो उत्थे कितना आ गया 2/12। तो जो बी है उसका 1/4 है उसनूं 3/3 नाल मल्टीप्लाई किया तो कितना आंसर आ गया 3/12। साडी रेशो कितनी आ गई 2:3। ये साडी सैक्रीफाइस रेशो होएगी। क्लीयर। थोड़े जे देखो लग सकता है कि टिपिकल हो सकते हैं है ना, लेकिन अगर कोई प्रॉब्लम आती है एनी टाइम तुसी कॉल कर सकते हो, मैसेज कर सकते हो। सो इन्हों क्लीयर करना, बट इसकी प्रैक्टिस बहुत ज़रूरी है। नैक्सट साडा क्वेश्चन है ए बी सी आर पार्टनर विद 3:1 रेशो। डी एडमिट हो गया फर्म दे विच, ए विल गिव हिम 3/24 फ्रॉम हिज शेयर एंड बी विल गिव हिम 1/3 ऑफ हिज शेयर। सो इत्थे न्यू रेशो असी जिहड़ी है वो फाइंड आउट करनी है। ए दी रेशो कितनी है, देखो इत्थे साडे कोल 3 पार्टनर है ए बी सी। ए दे कोल कितना शेयर है 3/6, बी कोल कितना 2/6, सी कोल कितना 1/6। हुण जदों असी इस क्वेश्चन नूं कंसीडर करते हैं तो इस दे विच की लिखिया गया 3 पार्टनर है 3:1 की रेशो दे नाल। ए अपना कुछ पार्ट सैक्रीफाइस कर रहा, बी अपना कुछ पार्ट सैक्रीफाइस कर रहा, सी अपना पार्ट सैक्रीफाइस नहीं कर रहा। हुण ए कितना कर रहा सैक्रीफाइस 3/6। ए जिहड़ा है वो सैक्रीफाइस कर रहा 3/24 फ्रॉम हिज शेयर। फ्रॉम डायरैक्ट माइनस हो जाएगा, ऑफ हिज शेयर पहला मल्टीप्लाई करना पऊगा, जिन्नी रकम आंसर आंदा उसनूं असी माइनस करांगे। शॉर्टकट ते रट्टाफिकेशन है ये, ठीक है जी। सो ए कोल कितना सी पार्ट 3/6, असी नवी रेशो ए दी लभ लांगे, उस दे विचों डायरैक्ट 3/24 माइनस कर देंगे। 24 इसका जोड़ा है एलसीएम आ जाता है, उसनों असी डिवाइड और मल्टीप्लाई करके जोड़ा है 12 - 3 करांगे तो 9/24 आएगा। इसनों कट दिता, छोटा कर दिता तो कितना बचा 3/8। हुण बी दे कोल नवां, बी ने कितना छड्डिया अपना पार्ट, देखो बी विल गिव हिम 1/3 ऑफ हिज शेयर। हुण बी कोल हिस्सा कितना सी 2/6, 2/6 दा 1/3 मल्टीप्लाई करांगे तो आंसर कितना आ गया 2/18। ये इसने डी दे लई छड्ड दिता। हुण इसनूं असीं माइनस कर दिता, इस चों माइनस करांगे साडे कोल आंसर कितना आएगा 4/18 और 2/9 छोटा कर दिता। सी कोल कितना 1/6। हुण असीं इन्हां सारिਆਂ ਦਾ एलसीएम ले लिया 8, 9 एंड 6। ਤਿੰਨਾਂ ਦਾ ਅਸੀਂ ਐਲਸੀਐਮ ਲਿਆ ਤਾਂ ਸਾਡੇ ਕੋਲ ਕਾਮਨ ਕੀ ਆ ਰਿਹਾ 72। 72 ਦੇ ਸਾਰਿਆਂ ਨੂੰ ਬਰਾਬਰ ਲੈ ਕੇ ਜਾਣਾ। ਹੁਣ ਪਹਿਲੇ ਨੂੰ 72 ਦੇ ਬਰਾਬਰ ਲੈ ਕੇ ਜਾਵਾਂਗੇ ਤਾਂ 9 ਨਾਲ ਮਲਟੀਪਲਾਈ ਕਰਨੀ ਪਏਗੀ, ਦੂਸਰੇ ਨੂੰ ਲੈ ਕੇ ਜਾਵਾਂਗੇ ਤਾਂ 8 ਨਾਲ ਮਲਟੀਪਲਾਈ ਕਰਨੀ ਪਏਗੀ, ਤੀਸਰੇ ਨੂੰ ਲੈ ਕੇ ਜਾਵਾਂਗੇ ਤਾਂ 12 ਨਾਲ ਮਲਟੀਪਲਾਈ ਕਰਨੀ ਪਏਗੀ। ਔਰ फोर्थ ਦਾ ਪਾर्ट ਕੀ ਹੈ ਉਹ ਅਸੀਂ प्लस करने ਆ। जो उसने ए तो लिया तो बी तो लिया दोनों प्लस कर देंगे तो उसका नवा शेयर बन जाएगा। उसने ए तो कितना लिया 3/24, बी तो कितना लिया 2/18 तो उसके कोल शेयर कितना बन गया 17/72। टोटल असी सारिਆਂ ਨੂੰ फैक्टर्स ਨੂੰ इकट्ठे कर लिया, साढ़े कोल न्यू रेशो कितनी आई 27, 16, 12 एंड 17। हुण जदों कि सानू ये भी पता कि साडे पार्टनर सैक्रीफाइस किवें किवें कर रहे आ 3/24 ए कर रहा, बी कर रहा 2/18। इस दे भी असी जिहड़े है बेस वो बराबर कर लेने। बराबर करन तो बाद साडे कोल रेशो कितनी बनती है 9:8। हुण देखो ये बेस बराबर करने तो फर्स्ट नूं असी 3/3 नाल मल्टीप्लाई कर देंगे और दूसरे नूं असी 4/4 नाल मल्टीप्लाई कर देंगे। क्लीयर, साडी रेशो जिहड़ी है वो 9:8 आ जाएगी। ये साडा आंसर है जी। नैक्सट क्वेश्चन है ए बी एंड सी आर पार्टनर इन ए फर्म 3:5 की रेशो है। डी एडमिट किया 1/4 शेयर के नाल। इन फ्यूचर ए बी एंड सी डिसाइड
टू शेयर प्रॉफिट इन 3:2 रेशो। देखो ये वो केस है जिथे कि नवे पार्टनर का हिस्सा भी दिता गया लेकिन पुराने पार्टनर अपनी फ्यूचर शेयरिंग रेशो आप पहला ही डिसाइड कर लेंदे आ। हुण इस केस 'च असीं की करना है, स्टार्टअप असीं उत्थों ही लेना है। हुण देखो पुराने केस दे विच की फर्क सी कि फर्म दे कोल 100% सी, उस दे विचों वो नवे पार्टनर का हिस्सा माइनस करदी है, जो उस दे कोल बच जाता है उस नूं पुराने पार्टनर की ओल्ड रेशो दे विच जिहड़ा है वो शेयर कर दिंदी सी, क्योंकि असीं यही मन के चलते सी कि ओल्ड पार्टनर अपनी ओल्ड प्रॉफिट शेयरिंग रेशो नूं ही अगे रिटेन करवाणगे। लेकिन इत्थे साडे कोल फंडा की है कि उन्हां ने अपनी फ्यूचर रेशो आप डिसाइड कर ली। तो असीं की करांगे, जो फर्म कोले 75% बचिया फर्म ने की कर दिता, उन्हां नूं इस रेशो 'च वंड दिता। ठीक है, कोई चेंज नहीं आया, बस इन्ना क चेंज आया कि जिहड़ा बचिया होया पार्ट है वो हुण किस रेशो 'च मल्टीप्लाई होएगा, वंडिया जाएगा, वो जो इन्हां ने अपनी नवीं रेशो डिसाइड की है उस 'च वंडिया जाएगा। हुण देखो इसनूं सॉल्व किवें करना है। फर्म दे कोल शेयर कितना सी 1, न्यू पार्टनर का शेयर माइनस किया, फर्म को रिमेनिंग शेयर बच गया, उसनूं असीं तीनों पार्टनर दे विच उन्हां दी नवीं रेशो दे विच वंड दिता। नवीं रेशो कितनी सी 3:2 मीनस 3/7, 2/7 एंड 2/7। मल्टीप्लाई किया, फर्स्ट का आंसर कितना आ गया 9/28, 6/28, 6/28। डी दे कोल शेयर कितना सी 1/4, असी बेस बराबर करने 7/7 ना मल्टीप्लाई किया, रेशो कितनी आई 7/28। सो नवी रेशो कितनी आई साडे कोल 9667। हुण जदों असीं सैक्रीफाइस रेशो फाइंड करते हैं तो किवें फॉर्मूला की लगूगा, ओल्ड रेशो माइनस न्यू रेशो। हुण जदों असीं ओल्ड रेशो लगाई तो ओल्ड रेशो कितनी सी 3/10 ए दी, नवी रेशो कितनी है 9/28, माइनस किया तो की आंसर आया -3/140। जो असी 10 और 28 का एलसीएम कड्डांगे तो 140 आएगा। हुण जदों आंसर माइनस च आ जाता है तो इट मीनस असी देखो फॉर्मूला की लगाया सी ओल्ड माइनस न्यू। जे आंसर पॉजिटिव आता तो असी की करते सैक्रीफाइस लिखते। हुण आंसर नैगेटिव आ गया, इट मीनस असी की कर गए, इट मीनस कि उसकी जो न्यू रेशो है वो पुरानी रेशो तो ज़्यादा है, और जदों न्यू रेशो जिहड़ी है वो ओल्ड रेशो तो वध जाए तो असी उस केस नूं की बोलते हैं गेनिंग रेशो। तो इट मीनस इत्थे की है ए जो है वो गेन कर रहा है। इसे तरह असी बी नूं फाइंड करांगे तो बी भी इत्थे गेन कर रहा है। सी लेकिन जो है वो सैक्रीफाइस कर रहा, उसकी ओल्ड रेशो जो है वो ज़्यादा सी एज कंपैरेटिवली न्यू रेशो तो उसने कितना सैक्रीफाइस किया 40/140। और जदों असी देखते हैं एक पार्टनर जिहड़ा है वो -3/140 जिहड़ा है गेन कर रहा, दूसरा -2/140 गेन कर रहा, सी नूं इन्ना ज़्यादा सैक्रीफाइस क्यों होया? क्योंकि जो डी ने शेयर लिया नवी फर्म दे विच वो भी उसने कित्थों लिया, वो भी उसने सी तो ही सारा लिया। हुण देखो उसदे कोल शेयर कितना चला गया, डी इज़ अ न्यू पार्टनर, हिज होल शेयर विल बी फ्यूचर गेन फॉर हिम। वो कितना है उसका 7/28 असी उसकी नवी रेशो फाइंड की सी। जदों असी उसनूं 140 के बराबर लैके गए तो उसका बेस बराबर किया तो कितना आ गया 35/140। हुण देखो कि 35 इसका, 3 ए का, 35 + 3 कितना हो गया 38, मतलब 38, तो बी दे कोल कितना 2, 38 + 2 = 40। जिन्ना ए बी और डी नूं गेन होया 40, उन्ना ही 40 जिहड़ा है सी का सैक्रीफाइस हो गया। क्लीयर? इसे तरह जिन्ना दो पार्टनर नूं गेन या सैक्रीफाइस हुंदा वो दूसरे दे गेन या सैक्रीफाइस तो ज़्यादा नहीं हो सकता। इत्थे हुण देखो सी का जो सैक्रीफाइस है वो 41 नहीं हो सकता सी, कारण ए बी और डी का जो गेन है उसका अगर असी तिन्ना का प्लस कर दिए तो 40 बनता है।
ਤਾਂ ਇਟ ਮੀਨਸ ਸੀ ਦਾ ਸੈਕਰੀਫਾਈਸ ਨਾ ਤਾਂ 40 ਤੋਂ ਘੱਟ ਹੋ ਸਕਦਾ ਨਾ 40 ਤੋਂ ਜ਼ਿਆਦਾ ਹੋ ਸਕਦਾ। ਸੋ ਇਹ ਸਾਡਾ ਇੱਕ ਚੈੱਕ ਕਰਨ ਦਾ ਵੀ ਸਿਸਟਮ ਹੈ ਕਿ ਇਸ ਤਰ੍ਹਾਂ ਅਸੀਂ ਕੁਐਸਚਨ ਨੂੰ ਚੈੱਕ ਵੀ ਨਾਲ ਦੀ ਨਾਲ ਕਰ ਸਕਦੇ ਹਾਂ। ਨੈਕਸਟ ਕੁਐਸਚਨ ਹੈ ਸਾਡਾ A ਐਂਡ B ਆਰ ਪਾਰਟਨਰ ਵਿਦ 3:2 ਰੇਸ਼ੋ। C ਐਡਮਿਟ ਹੋਇਆ 1/5 ਸ਼ੇਅਰ ਦੇ ਨਾਲ ਵਿਚ ਹੀ ਗੈਟ 3/20 ਫਰੋਮ A ਐਂਡ 1/20 ਫਰੋਮ B। ਇੱਥੇ ਅਸੀਂ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਲੱਭਣੀ ਹੈ। ਹੁਣ ਜਦੋਂ ਇਸ ਤਰ੍ਹਾਂ ਦਾ ਕੁਐਸਚਨ ਆਉਂਦਾ ਹੈ, ਦੇਖੋ ਇੱਥੇ ਨਾ ਫਰੋਮ ਲਿਖਿਆ ਨਾ ਆਫ ਲਿਖਿਆ, ਇਟ ਮੀਨਸ ਉਸਨੇ 3/20 ਜਿਹੜਾ ਹੈ ਉਹ A ਤੋਂ ਲਿਆ ਤੇ 1/20 ਉਸਨੇ B ਤੋਂ ਲਿਆ। ਹੁਣ ਅਸੀਂ ਕਰਾਂਗੇ ਕਿ ਪਹਿਲਾਂ ਤਾਂ 3/20 ਤੇ 1/20 ਨੂੰ ਪਲੱਸ ਕਰ ਦਾਂਗੇ, ਇਹ ਚੈੱਕ ਕਰਨ ਵਾਸਤੇ ਕਿ ਕਿਆ 1/5 ਬਣਦਾ। ਜਦੋਂ ਅਸੀਂ ਇਹਨਾਂ ਨੂੰ ਪਲੱਸ ਕੀਤਾ ਮਤਲਬ ਸਾਡੇ ਕੋਲ ਆਨਸਰ ਕਿੰਨਾ ਆ ਗਿਆ 3/20 ਪਲੱਸ 1/20 ਇਜ਼ ਇਕੁਅਲ ਟੂ 4/20। 4/20 ਅਸੀਂ ਉਸ ਨੂੰ ਸ਼ਾਰਟ ਕੱਟ ਲਿਆ ਤਾਂ ਕਿੰਨਾ ਆ ਗਿਆ 1/5 ਸ਼ੇਅਰ। ਨਿਊ ਸ਼ੇਅਰ A ਦਾ ਕਿੰਨਾ ਬਣਦਾ ਹੈ, ਡਾਇਰੈਕਟ ਮਾਈਨਸ ਕਰ ਦਿਓ। A ਦੇ ਕੋਲ ਕਿੰਨਾ ਬਣਦਾ ਹੈ, ਡਾਇਰੈਕਟ ਮਾਈਨਸ ਕਰ ਦਾਂਗੇ। ਮਾਈਨਸ ਕਰਾਂਗੇ ਤਾਂ ਕਿੰਨਾ ਆਨਸਰ ਆਏਗਾ 9/20। B ਦਾ ਕਿੰਨਾ ਸ਼ੇਅਰ ਬਣਦਾ ਹੈ 2/5 ਉਸ ਦਾ ਪੁਰਾਣਾ ਸ਼ੇਅਰ ਸੀ, ਉਸ ਦੇ ਵਿੱਚੋਂ ਇਸਨੇ ਕੀ ਕੀਤਾ 1/20 C ਨੂੰ ਦੇ ਦਿੱਤਾ। ਮਾਈਨਸ ਕੀਤਾ ਸੀ ਐਲਸੀਐਮ ਲੈ ਕੇ ਤਾਂ ਸਾਡਾ ਆਨਸਰ ਕੀ ਆ ਗਿਆ 7/20। ਔਰ ਜੋ C ਹੈ ਉਸ ਦੇ ਕੋਲ ਕਿੰਨਾ ਸ਼ੇਅਰ ਚਲਿਆ ਗਿਆ 1/5। ਹੁਣ ਦੇਖੋ ਬੇਸ ਕਿੰਨਾ 20 ਇੱਥੇ ਕਿੰਨਾ 5 ਤਾਂ 5 ਨੂੰ 20 ਦੇ ਬਰਾਬਰ ਲੈ ਕੇ ਜਾਵਾਂਗੇ, ਕੀ ਕਰਾਂਗੇ 4/4 ਨਾਲ ਮਲਟੀਪਲਾਈ ਕਰਾਂਗੇ ਤਾਂ ਆਨਸਰ ਕਿੰਨਾ ਆ ਗਿਆ 4/20। ਸੋ ਰੇਸ਼ੋ ਕਿੰਨੀ ਬਣਦੀ ਹੈ 9 7 ਐਂਡ 4। ਇਹ ਸਾਡੀ ਨਿਊ ਰੇਸ਼ੋ ਬਣ ਜਾਂਦੀ ਹੈ। ਹੁਣ ਸੈਕਰੀਫਾਈਸ ਰੇਸ਼ੋ ਕੱਢਣੀ ਆਲਰੇਡੀ ਗਿਵਨ ਹੈ, ਕਿੰਨੀ ਹੈ 3/20 ਐਂਡ 1/20। ਸੋ ਰੇਸ਼ੋ ਕਿੰਨੀ ਨਿਕਲ ਗਈ 3:1। ਕਲੀਅਰ ਹੈ। ਸੋ ਇਹ ਸਿੰਪਲ ਜਿਹਾ ਕੁਐਸਚਨ ਸੀ ਸਾਡਾ। ਨੈਕਸਟ ਸਾਡਾ ਕੁਐਸਚਨ ਹੈ A B ਐਂਡ C ਆਰ ਪਾਰਟਨਰ 4:3:2। ਇਹਨਾਂ ਦੀ ਓਲਡ ਰੇਸ਼ੋ ਹੈ। D ਐਡਮਿਟ ਹੋ ਗਿਆ 1/9 ਸ਼ੇਅਰ ਦੇ ਨਾਲ। ਇਟ ਇਜ਼ ਐਗਰੀਡ ਦੈਟ A ਵੁੱਡ ਰਿਟੇਨ ਹਿਜ਼ ਓਰੀਜਨਲ ਸ਼ੇਅਰ। ਇਹ ਵੀ ਇਸ ਤਰ੍ਹਾਂ ਦਾ ਕੇਸ ਆ ਸਕਦਾ ਹੈ ਕਿ ਜਿੱਥੇ ਇੱਕ ਪਾਰਟਨਰ ਜਿਹੜਾ ਹੈ ਉਹ ਇਹ ਬੋਲਦਾ ਹੈ ਕਿ ਨਵਾਂ ਪਾਰਟਨਰ ਰੱਖਣਾ ਬੇਸ਼ੱਕ ਰੱਖੋ, ਲੇਕਿਨ ਮੈਂ ਆਪਣਾ ਹਿੱਸਾ ਕਿਸੇ ਨੂੰ ਨਹੀਂ ਦੇਣਾ। ਅਗਰ ਮੈਂ 100 ਰੁਪਏ ਦੇ ਪ੍ਰੋਫਿਟ 'ਚੋਂ ਪਹਿਲਾਂ 40 ਰੁਪਏ ਲੈ ਰਿਹਾ ਸੀ ਤਾਂ ਮੈਂ ਹੁਣ ਫਿਊਚਰ 'ਚ ਵੀ 40 ਰੁਪਏ ਹੀ ਲਊਂਗਾ। ਮੈਂ ਸੈਕਰੀਫਾਈਸ ਨਹੀਂ ਕਰਨਾ ਕਿਸੇ ਪਾਰਟਨਰ ਦੇ ਲਈ। ਇਟ ਮੀਨਸ ਉਹ ਕੰਸੈਂਟ ਤਾਂ ਦੇ ਰਿਹਾ ਬਟ ਉਹ ਅੜ ਗਿਆ ਕਿ ਮੈਂ ਆਪਣਾ ਪ੍ਰੋਫਿਟ ਜਿਹੜਾ ਹੈ ਉਹ ਸੈਕਰੀਫਾਈਸ ਨਹੀਂ ਕਰਨਾ, ਉਹ ਆਪਣੇ ਓਲਡ ਸ਼ੇਅਰ ਨੂੰ ਰਿਟੇਨ ਕਰਕੇ ਰੱਖਣਾ ਚਾਹੁੰਦਾ। ਸੋ ਇਸ ਕੇਸ ਦੇ ਵਿੱਚ ਕੀ ਹੋਊਗਾ, ਜਿਹੜਾ ਫਰਮ ਦੇ ਕੋਲ ਜੋ ਸ਼ੇਅਰ ਹੁੰਦਾ ਉਹ 100% ਹੁੰਦਾ, ਮੀਨਸ 1 ਹੁੰਦਾ। ਉਸ 1 ਦੇ ਵਿੱਚੋਂ ਆਲਰੇਡੀ ਉਸਨੇ ਨਵੇਂ ਪਾਰਟਨਰ ਮੀਨਸ D ਨੂੰ ਕਿੰਨਾ ਸ਼ੇਅਰ ਦੇ ਦਿੱਤਾ 1/9। ਔਰ A ਜੋ ਕਿ ਅੜ ਗਿਆ ਉਹ ਕਹਿ ਰਿਹਾ ਕਿ ਮੈਂ 4/9 ਹੀ ਰੱਖਣਾ ਆਪਣੇ ਕੋਲ, ਮੀਨਸ ਕਿ ਉਹ ਆਪਣਾ ਓਲਡ ਸ਼ੇਅਰ ਹੀ ਰਿਟੇਨ ਕਰਨਾ ਚਾਹੁੰਦਾ। ਤਾਂ ਇਟ ਮੀਨਸ ਫਰਮ ਆਲਰੇਡੀ 2 ਪਾਰਟਨਰ ਦੇ ਲਈ ਕਿੰਨਾ ਹਿੱਸਾ ਕੱਢ ਕੇ ਰੱਖ ਦਿੱਤਾ ਉਹਨੇ 4/9 A ਦੇ ਲਈ 1/9 D ਦੇ ਲਈ, ਪਲੱਸ ਕਰ ਦਿੱਤਾ ਤਾਂ ਆਨਸਰ ਕੀ ਆ ਗਿਆ 5/9। ਇਹਦਾ ਮਤਲਬ ਫਰਮ ਨੇ ਆਪਣੇ 100% ਦੇ ਵਿੱਚੋਂ ਪਹਿਲਾਂ ਹੀ ਇਹ ਸ਼ੇਅਰ ਜਿਹੜਾ ਹੈ ਅਲੱਗ ਕੱਢ ਦਿੱਤਾ, ਮਾਈਨਸ ਕਰ ਦਿੱਤਾ ਤਾਂ ਫਰਮ ਕੋਲ ਕੀ ਬਚਿਆ 4/9। ਹੁਣ ਇਹ ਸ਼ੇਅਰ ਉਸਨੇ ਕੀ ਕਰਨਾ ਹੈ, ਇਹ ਤਾਂ ਆਪਣਾ ਸ਼ੇਅਰ ਰਿਟੇਨ ਕਰ ਗਿਆ, ਜੋ ਇਹ 4/9 ਬਚਿਆ ਹੈ ਕਿਹਦੇ ਲਈ ਬਚਿਆ ਫਿਰ B ਐਂਡ C ਦੇ ਲਈ। ਤਾਂ ਫਰਮ ਕੀ ਕਰੂਗੀ B ਔਰ C ਦੇ ਵਿੱਚ ਉਹਨਾਂ ਦੀ ਜੋ ਓਲਡ ਰੇਸ਼ੋ ਸੀ ਦੈਟ ਇਜ਼ 3:2 ਅਸੀਂ ਉਸ ਦੇ ਵਿੱਚ ਇਸ ਨੂੰ ਡਿਵਾਈਡ ਕਰ ਦਾਂਗੇ। ਕਲੀਅਰ। ਸੋ B ਦਾ ਹਿੱਸਾ ਕਿੰਨਾ ਆਏਗਾ 4/9 ਮਲਟੀਪਲਾਈ 3/5 12/45। ਇਸੇ ਤਰ੍ਹਾਂ ਜੋ C ਹੈ ਉਸ ਦਾ ਸ਼ੇਅਰ ਕਿੰਨਾ ਆਏਗਾ 8/45। ਹੁਣ ਜਦੋਂ ਅਸੀਂ ਸਾਰਿਆਂ ਦਾ ਬੇਸ ਬਰਾਬਰ ਕਰਨਾ ਹੈ, A ਨੇ ਆਪਣਾ ਰਿਟੇਨ ਕਰ ਲਿਆ ਸੀ 4/9, B ਕੋਲ ਨਵਾਂ ਸ਼ੇਅਰ ਨਿਕਲਿਆ 12/45, C ਕੋਲ ਨਵਾਂ ਸ਼ੇਅਰ ਨਿਕਲਿਆ 8/45, D ਆਪਣਾ ਸ਼ੇਅਰ ਰੱਖ ਰਿਹਾ 1/9 ਜੋ ਲੈ ਕੇ ਉਹ ਫਰਮ ਦੇ ਵਿੱਚ ਆਇਆ ਸੀ। ਹੁਣ ਅਸੀਂ ਚਾਰੇ ਪਾਰਟਨਰ ਦਾ ਬੇਸ ਇਕੱਠਾ ਕੀਤਾ ਤਾਂ ਉਹ ਕਿੰਨਾ ਹੋ ਗਿਆ ਐਲਸੀਐਮ ਲੈ ਕੇ
45 ਹੁਣ ਅਸੀਂ ਸਾਰਿਆਂ ਨੂੰ 45 ਦੇ ਬਰਾਬਰ ਕਰ ਲਾਂਗੇ। 9 ਨੂੰ 45 ਦੇ ਬਰਾਬਰ ਕਰਨ ਦੇ ਲਈ 5/5 ਨਾਲ ਮਲਟੀਪਲਾਈ ਹੋਊਗਾ, ਮਤਲਬ ਪਹਿਲੇ ਕੋਲ ਕਿੰਨਾ ਚਲਾ ਗਿਆ 20, ਦੂਸਰੇ ਦਾ ਆਲਰੇਡੀ 12 ਹੈ, ਤੀਸਰੇ ਦਾ ਆਲਰੇਡੀ 8 ਹੈ। ਡੀ ਨੂੰ ਕੀ ਕਰਾਂਗੇ 1/9 ਨੂੰ 5/5 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਆਨਸਰ ਕੀ ਆ ਗਿਆ 5/45। ਸਾਡੀ ਨਿਊ ਰੇਸ਼ੋ ਕਿੰਨੀ ਆ ਗਈ 20, 12, 8 ਐਂਡ 5। ਸੈਕਰੀਫਾਈਸ ਰੇਸ਼ੋ ਅਸੀਂ ਕੀ ਕਰਾਂਗੇ, ਇਹ ਜਿਹੜਾ ਹੈ ਆਪਣਾ ਓਲਡ ਰੇਸ਼ੋ ਹੀ ਰਿਟੇਨ ਕਰ ਰਿਹਾ, ਸੋ ਇਟ ਮੀਨਸ ਕਿ ਉਸਨੇ ਕੁਛ ਵੀ ਸੈਕਰੀਫਾਈਸ ਜਿਹੜਾ ਹੈ ਉਹ ਨਹੀਂ ਕੀਤਾ। ਬੀ ਕਰ ਰਿਹਾ ਸੈਕਰੀਫਾਈਸ, ਕਿੰਨਾ ਕਰ ਰਿਹਾ ਉਹ ਅਸੀਂ ਪਹਿਲਾਂ ਹੀ ਦੇਖਿਆ ਸੀ ਕਿ ਉਸ ਦੇ ਲਈ ਫਾਰਮੂਲਾ ਬਣਿਆ ਹੋਇਆ ਕਿ ਓਲਡ ਰੇਸ਼ੋ ਮਾਈਨਸ ਨਿਊ ਰੇਸ਼ੋ। ਬੀ ਨੇ ਸੈਕਰੀਫਾਈਸ ਕੀਤਾ 3/45। ਸੀ ਸੈਕਰੀਫਾਈਸ ਕਰ ਰਿਹਾ ਓਲਡ ਰੇਸ਼ੋ ਮਾਈਨਸ ਨਿਊ ਰੇਸ਼ੋ ਇਜ਼ ਇਕੁਅਲ ਟੂ 2/45। ਸੋ ਇਹਨਾਂ ਦੀ ਜੋ ਸੈਕਰੀਫਾਈਸਿੰਗ ਰੇਸ਼ੋ ਨਿਕਲਦੀ ਹੈ ਦੈਟ ਇਜ਼ 3:2। ਕਲੀਅਰ। ਹੁਣ ਆਪਣੀਆਂ ਐਗਜ਼ਾਮਪਲਸ ਜੋ ਸੀ ਇਹ ਸਾਰੀਆਂ ਹੋ ਗਈਆਂ ਕਿ ਰੇਸ਼ੋਜ਼ ਜਿਹੜੀ ਹੈ ਉਹ ਕਿੰਨੀ ਤਰ੍ਹਾਂ ਨਾਲ ਸਾਨੂੰ ਕੈਲਕੂਲੇਟ ਕਰਨੀ ਪੈ ਸਕਦੀ ਹੈ। ਹੁਣ ਮੈਂ ਕੁਝ ਕੁਐਸਚਨਸ ਲਿਖੇ ਆ ਤੁਹਾਡੇ ਲਈ, ਤੁਸੀਂ ਇਹ ਕੁਐਸਚਨਸ ਜਿਹੜੇ ਟਰਾਈ ਕਰਨੇ ਆ। ਹੋਪਫੁਲੀ ਕਿ ਕੁਐਸਚਨ ਹੋ ਜਾਣਗੇ, ਈਜ਼ੀ ਹੈ, ਕੁਛ ਇਸ ਦੇ ਵਿੱਚ ਡਿਫਿਕਲਟੀ ਲੈਵਲ ਕੁਝ ਜ਼ਿਆਦਾ ਨਹੀਂ ਹੈ। ਬੇਸਿਕਲੀ ਰੇਸ਼ੋ ਦੇ ਵਿੱਚ ਕੋਈ ਜ਼ਿਆਦਾ ਡਿਫਿਕਲਟੀ ਲੈਵਲ ਹੁੰਦਾ ਹੀ ਨਹੀਂ, ਬਟ ਹਾਂ ਇਸ ਦੀ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਕਿਉਂਕਿ ਸਾਡਾ ਕੁਐਸਚਨ ਸਟਾਰਟ ਇੱਥੋਂ ਹੋਣਾ ਹੈ। ਅਗਰ ਅਸੀਂ ਇਹਦੇ ਵਿੱਚ ਗਲਤੀ ਕਰ ਗਏ ਤਾਂ ਸਾਡਾ ਸਾਰਾ ਕੁਐਸਚਨ ਖਰਾਬ ਹੋ ਜਾਏਗਾ। ਸਿਰਫ ਅਟੈਂਪਟ ਦੇ ਮਾਰਕਸ ਮਿਲਣਗੇ ਸਾਨੂੰ, ਸਾਡੀ ਪ੍ਰੈਕਟਿਸ ਜਿਹੜੀ ਹੈ ਉਹ ਬੇਕਾਰ ਹੋ ਜਾਏਗੀ ਫਿਰ। ਸੋ ਇਸ ਕਰਕੇ ਇਹਦੀ ਬਹੁਤ ਹਾਰਡ ਪ੍ਰੈਕਟਿਸ ਕਰਨੀ ਹੈ। ਕੁਐਸਚਨਸ ਦਿੱਤੇ ਹੋਏ ਹੈ, ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਰੀਡ ਕਰਨਾ, ਕੁਐਸਚਨਸ ਨੂੰ, ਇਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ, ਸੋਲਵ ਕਰਨੀ ਹੈ, ਠੀਕ ਹੈ। ਇਸ ਤੋਂ ਬਿਨਾਂ ਬੁੱਕ ਦੇ ਵਿੱਚ ਬਹੁਤ ਕੁਐਸਚਨਸ ਦਿੱਤੇ ਹੋਏ ਆ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਸੈਕਰੀਫਾਈਸ ਰੇਸ਼ੋ ਅਤੇ ਗੇਨਿੰਗ ਰੇਸ਼ੋ ਨਾਲ ਰਿਲੇਟਡ। ਤੁਸੀਂ ਉਹ ਸਾਰੇ ਕੁਐਸਚਨਸ ਜਿਹੜੇ ਹੈ ਉਹ ਟਰਾਈ ਕਰਨੇ ਹੈ। ਅਗਰ ਇਹਨਾਂ ਦੇ ਵਿੱਚ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਮੈਸੇਜ ਕਰਕੇ ਪੁੱਛ ਸਕਦੇ ਹੋ, ਠੀਕ ਹੈ ਜੀ। Thanks for watching. Subscribe and share the channel for the new update. Thank you.